ਤੋਂ ਪਹਿਲਾਂ ਅਸੀਂ ਜਿੰਦੇ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਫਿਰ ਤੋਂ ਅਵਸਰ ਦਿੱਤਾ। ਸੋ ਜਿੰਨਾ ਤੁਹਾਨੂੰ ਸੇਵਕਾਂ ਦੇ ਦਰਸ਼ਨ ਕਰਕੇ ਚੰਗਾ ਲੱਗਦਾ ਹੈ, ਲੱਗਦਾ ਚੰਗਾ, ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜਾ ਕਿ ਸੇਵਕਾਂ ਨੂੰ ਤੁਹਾਡੇ ਦਰਸ਼ਨ ਕਰਕੇ ਚੰਗਾ ਲੱਗਦਾ ਹੈ। ਹਾਲੇਲੂਇਆ, ਹਾਲੇਲੂਇਆ। Glory to God. Thank you, Jesus. ਹੁਣ ਤੁਸੀਂ ਕਹੋਗੇ ਕਿ ਐਦਾਂ ਕਿਉਂ? ਅਸੀਂ ਆ ਤੇ ਤੁਸੀਂ ਹੋ, ਜੇਕਰ ਤੁਸੀਂ ਹੋ ਤੇ ਤਦ ਅਸੀਂ ਆ। ਸਾਡੀ ਵੈਲਿਊ ਵੀ ਤੁਹਾਡੇ ਨਾਲ ਹੈ। ਜੇਕਰ ਸੁਣਨ ਵਾਲਾ ਕੋਈ ਨਾ ਹੋਵੇ ਤਾਂ ਸੁਣਾਇਆ ਕਿਹਨੂੰ ਜਾਵੇ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। ਧੰਨਵਾਦ ਯਿਸੂ। बहुत ही अच्छी प्यारी प्रभु के दास पास्टर पीटर जॉन जी के लिए धन्यवाद करते हैं। ਸੋ ਬਹੁਤ ਹੀ ਅਸੀਂ ਪ੍ਰਭੂ ਦੇ ਦਾਸ ਪ੍ਰੇਮੀ ਦਾਸ ਦੇ ਲਈ ਬਹੁਤ ਹੀ ਚੰਗੇ ਸੇਵਕ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਾਸਟਰ ਪੀਟਰ ਜੌਨ ਜੀ ਦੇ ਲਈ ਧੰਨਵਾਦ ਕਰਦੇ ਹਾਂ। उनके भाई पास्टर पीटर जॉन जी के लिए भी बहुत बहुत शुक्रिया। ਉਹਨਾਂ ਦੇ ਭਾਈ ਪਾਸਟਰ ਵਿਕਟਰ ਜੌਨ ਜੀ ਲਈ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। आपके दर्शन करने का, आपके बीच में प्रभु का वचन बांटने का मौका दे। ਸੋ ਜਿਹੜੇ ਮੈਨੂੰ ਸਮੇਂ-ਸਮੇਂ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ, ਤੁਹਾਡੇ ਵਿੱਚ ਆ ਕੇ ਪਰਮੇਸ਼ਰ ਦਾ ਵਚਨ ਵੰਡਣ ਦਾ ਸਮੇਂ ਦਿੰਦੇ ਨੇ। कितना अच्छा देखकर बहुत अच्छा लगा। ਸੋ ਕਿੰਨਾ ਚੰਗਾ ਮਾਹੌਲ ਦੇਖ ਕੇ, ਕਿੰਨਾ ਚੰਗਾ ਭਵਨ ਦੇਖ ਕੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਸੋ ਨਿਸ਼ਚੈ ਪਰਮੇਸ਼ਰ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡਾ ਔਰ ਖੂਬਸੂਰਤ ਭਵਨ ਇਸ ਨੂੰ ਬਣਾਵੇਗਾ। ਹਾਲੇਲੂਇਆ। ਥੈਂਕ ਯੂ ਲਾਰਡ। ਸੋ ਜਦੋਂ ਇਸ ਜਗ੍ਹਾ ਤੇ ਪਹਿਲਾ ਪ੍ਰਚਾਰ ਕਰਨ ਲਈ ਆਏ ਸੀ ਤੇ ਉਸ ਸਮੇਂ ਇਹ ਲੈਂਟਰ ਜਿਹੜਾ ਕਿ ਨਹੀਂ ਪਿਆ ਹੋਇਆ ਸੀ। ਤੇ ਪਰਮੇਸ਼ਰ ਦੀ ਕਿੰਨੀ ਵੱਡੀ ਕਿਰਪਾ ਹੋਈ ਕਿ ਪਰਮੇਸ਼ਰ ਨੇ ਕਿੰਨਾ ਵੱਡਾ ਇੱਕ ਖੂਬਸੂਰਤ ਭਵਨ ਬਣਾਇਆ। ਸੋ ਸੱਚ ਪੁੱਛੋ ਤਾਂ ਉਸ ਦੀ ਕਿਰਪਾ ਦੇ ਬਿਨਾ ਅਸੀਂ ਕੁਝ ਵੀ ਨਹੀਂ ਆ ਤੇ ਕੁਝ ਵੀ ਨਹੀਂ ਕਰ ਸਕਦੇ। Glory to God. Thank you, Jesus. पिछले साल प्रभु के दास पास्टर पीटर जॉन जी जिस तरीके से तकलीफ को आई थी। ਸੋ ਪਿਛਲੇ ਦਿਨਾਂ 'ਚ ਪਿਛਲੇ ਸਾਲ ਵਿੱਚ ਪਰਮੇਸ਼ਰ ਦੇ ਦਾਸ ਪਾਸਟਰ ਪੀਟਰ ਜੌਨ ਜੀ ਦੇ ਜੋ ਤਕਲੀਫ ਆਈ ਸੀ, उस तकलीफ को देखकर कहा नहीं जा सकता था कि उनके साथ कैसा होगा। ਸੋ ਉਹਨਾਂ ਦੀ ਤਕਲੀਫ ਦੇਖ ਕੇ ਕਹਿ ਨਹੀਂ ਜਾ ਸਕਦਾ ਸੀ ਕਿ ਉਹਨਾਂ ਨਾਲ ਕਿੱਦਾਂ ਦਾ ਹੋਵੇਗਾ, क्योंकि वो हार्ट की तकलीफ थी। ਕਿਉਂਕਿ ਉਹਨਾਂ ਦੀ ਉਹ ਹਾਰਟ ਦੀ ਤਕਲੀਫ ਸੀ। जाको राके साया मार सके ना कोई, ਜਾਕੋ ਰਾਕੇ ਸਾਈਆਂ ਤੇ ਮਾਰ ਸਕੇ ਨਾ ਕੋਈ, जिसके साथ वो खुदा होता है ਜਿਸ ਦੇ ਨਾਲ ਉਹ ਖੁਦਾਵੰਦ ਖੁਦ ਹੁੰਦਾ ਹੈ, उसका भी कोई भी कुछ बिगाड़ ਉਸ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ। एक शेर बोला करता हूँ, ਮੈਂ ਅਕਸਰ ਇੱਕ ਸ਼ੇਰ ਬੋਲਿਆ ਕਰਦਾ ਵਾਂ, जिसे चाहे वो खुद चमकाना, जिसे चाहे वो खुद चमकाना, जिसे चाहे वो खुद जलाना, जिसे चाहे वो खुद जलाना, उसे कौन बुझा पाए। उसे कौन बुझा पाए। जिसे चाहे वो खुद जलाना, जिसे चाहे वो खुद जलाना, उसे कौन बुझा पाए। उसे कौन बचा पाए। आंधियों की फिर फितरत ही क्या है, आंधियों की फिर फितरत ही क्या है कि किसी को मिटा नहीं पाए। कि किसी को मिटाने पाए। हालेलुया। हालेलुया। आंधियों में भी ये मुझे और शेर याद आता है। एक मैंने होर शेर याद आंदा है, आंधियों में भी चिराग जलते देखे हैं। आंधियों में भी चिराग जलते देखे हैं। बड़ी तकड़ी आंधियां चल रही हों, जितनी मर्जी तकड़ी आंधी तूफान चलता होवे, क्या आपने कभी उस पे चिराग दिया जलता देखा है? कि उस दे विच तुसी कदे चिराग कदे दिया जलदा होया देखिया है? जलता नहीं
दिया तो उस समय जलता नहीं, आंधियों में भी चिराग जलते देखे हैं, मैंने आंधियों में भी चिराग जलते देखे हैं। परंतु अगर उसका हाथ किसी के ऊपर हो, पर जेकर उसका हाथ किसे उत्ते होवे, कौओं को भी रोटी लाते देखा है। कौओं ਨੂੰ ਵੀ ਰੋਟੀ ਲਿਆਂਦੇ ਹੋਏ ਦੇਖਿਆ ਹੈ। कौए किसके लिए रोटी लाते थे? कौए किंदे ਲਈ ਰੋਟੀ ਲਿਆਂਦੇ ਸੀ ਪਤਾ ਤੁਹਾਨੂੰ? एलिया के लिए। ਏਲੀਆ ਦੇ ਲਈ। हालेलुया, ਹਾਲੇਲੂਇਆ, हालेलुया। ਹਾਲੇਲੂਇਆ। अगर उसकी कृपा हो, ਜੇਕਰ ਉਸ ਦੀ ਕਿਰਪਾ ਹੋਵੇ, सीढ़ों के बीच भी जवान घूमते देखे हैं। ਸ਼ੇਰਾਂ ਦੇ ਵਿੱਚ ਵੀ ਜਵਾਨ ਘੁੰਮਦੇ ਦੇਖੇ ਹੈ। बताओ कौन? ਦੱਸੋ ਕੌਣ? दानियल। ਦਾਨੀਏਲ। अगर उसकी कृपा हो, ਜੇਕਰ ਉਸ ਦੀ ਕਿਰਪਾ ਹੋਵੇ, ये पास्टर पीटर जॉन जी क्यों कर रहे हैं सारे बात? ਪਾਸਟਰ ਪੀਟਰ ਜੋਨ ਜੀ ਦੇ ਉੱਪਰ ਹੈ ਗੱਲ ਸਾਰੀ। अगर उसकी कृपा हो, ਜੇਕਰ ਉਸ ਪਰਮੇਸ਼ਰ ਦੀ ਕਿਰਪਾ ਹੋਵੇ, आग में भी लोग घूमते देखे। ਅੱਗ ਦੇ ਵਿੱਚ ਵੀ ਲੋਕ ਘੁੰਮਦੇ ਦੇਖੇ ਨੇ। बताओ कौन? ਦੱਸੋ ਕੌਣ? शद्रक मेशक। ਸ਼ਦਰਕ ਮੇਸ਼ਕ। अगर उसकी कृपा हो, ਜੇਕਰ ਉਸ ਦੀ ਕਿਰਪਾ ਹੋਵੇ, थोड़ी सी आवाज खोल दे। अगर उसकी कृपा हो, ਜੇਕਰ ਉਸ ਦੀ ਕਿਰਪਾ ਹੋਵੇ, मुर्दों के साथ मुर्दे टकरा कर भी जिंदे होते देखे। ਮੁਰਦੇ ਦੇ ਨਾਲ ਮੁਰਦੇ ਟਕਰਾ ਕੇ ਵੀ ਜਿੰਦਾ ਹੁੰਦੇ ਦੇਖੇ ਹੈ। बताओ कौन? ਦੱਸੋ ਕੌਣ? अलीसा की कब्र के साथ जब मुर्दा टकराया, ਅਲੀਸ਼ਾ ਦੀ ਕਬਰ ਦੇ ਨਾਲ ਜਦੋਂ ਮੁਰਦਾ ਟਕਰਾਇਆ जिंदा हो गया था ना? ਤੇ ਜਿੰਦਾ ਹੋ ਗਿਆ ਸੀ ਨਾ। वाह, चाकुरा के साया मार सके ना। ਜਾਕੋ ਰਾਕੇ ਸਾਈਆਂ ਮਾਰ ਸਕੇ ਨਾ कोई। भजन संहिता 103 की 2 में लिखा है, ਭਜਨ ਸੰਹਿਤਾ 103 ਦੀ 2 ਵਿੱਚ ਲਿਖਿਆ ਹੈ, ये मेरे मन यहोवा को धन्य है, हे मेरे मन ਯਹੋਵਾ ਨੂੰ ਧੰਨ ਕਹਿ उसके किसी उपकार को ना भूल। ਔਰ ਉਸਦੇ ਕਿਸੇ ਵੀ ਉਪਕਾਰ ਨੂੰ ਨਾ ਭੁੱਲ। किसी भी उपकार को। ਕਿਸੇ ਵੀ ਉਪਕਾਰ ਨੂੰ। प्रभु के दास पास्टर पीटर जॉन के साथ बहुत बड़ा उपकार हुआ है। ਸੋ ਪ੍ਰਭੂ ਦੇ ਦਾਸ ਪਾਸਟਰ ਪੀਟਰ ਜੌਨ ਜੀ ਦੇ ਉੱਤੇ ਤਾਂ ਬਹੁਤ ਵੱਡਾ ਪ੍ਰਭੂ ਦਾ ਅਨੁਗ੍ਰਹਿ, ਪ੍ਰਭੂ ਦੀ ਕਿਰਪਾ ਹੋਈ ਹੈ। थोड़ी सी आवाज खोल करके, अगर परमेश्वर ने छोटा सा भी उपकार किया है, ਜੇਕਰ ਪਰਮੇਸ਼ਰ ਨੇ ਸਾਡੇ ਉੱਤੇ ਛੋਟਾ ਜਿਹਾ ਵੀ ਉਪਕਾਰ ਕੀਤਾ ਹੈ, ਕੋਈ ਛੋਟੀ ਜਿਹੀ ਵੀ ਦਇਆ ਪਰਮੇਸ਼ਰ ਨੇ ਸਾਡੇ ਸਭਨਾਂ ਦੇ ਉੱਪਰ ਕੀਤੀ ਹੈ, खुदा के सेवक के ऊपर तो बहुत बड़ा उपकार हुआ है। ਤੇ ਪਰਮੇਸ਼ਰ ਦੇ ਦਾਸ ਦੇ ਉੱਤੇ ਤਾਂ ਬਹੁਤ ਵੱਡਾ ਜਿਹੜਾ ਕਿ ਪਰਮੇਸ਼ਰ ਦਾ ਉਪਕਾਰ ਹੋਇਆ ਏ। अगर छोटा सा भी उपकार वो आपके जीवन में करे, ਜੇਕਰ ਸਾਡੇ ਸਭਨਾਂ ਦੇ ਜੀਵਨ ਚੋਂ ਪਰਮੇਸ਼ਰ ਛੋਟਾ ਜਿਹਾ ਵੀ ਉਪਕਾਰ ਕਰਦਾ ਏ, तो भी उसकी बरकत को ना भूलो। ਤਾਂ ਵੀ ਉਸ ਦੀ ਬਰਕਤ ਨੂੰ ਨਾ ਭੁੱਲੋ। दाऊद राजा भजन संहिता 116 के 12 में बता गया, ਸੋ ਦਾਊਦ ਰਾਜਾ ਜਬੂਰ ਦੀ ਕਿਤਾਬ ਦੇ ਵਿੱਚ ਇੱਕ ਹੋਰ ਗੱਲ ਕਹਿੰਦਾ ਹੈ 116 ਦੀ 12 ਵਿੱਚ, उसने मेरे जीवन में जितने उपकार किए हैं, ਉਸਨੇ ਮੇਰੇ ਜੀਵਨ ਵਿੱਚ ਜਿੰਨੇ ਵੀ ਉਪਕਾਰ ਕੀਤੇ ਨੇ, उसका बदला मैं उसको क्या दूं? ਉਸ ਦਾ ਬਦਲਾ ਮੈਂ ਉਸ ਨੂੰ ਕੀ ਦਵਾਂ? क्या उसका बदला कुछ दे सकते ਕੀ हैं? ਉਸ ਦਾ ਬਦਲਾ ਅਸੀਂ ਕੁਝ ਉਸ ਨੂੰ ਦੇ ਸਕਦੇ ਹਾਂ? बताओ, ਦੱਸੋ। धन चिंता देकर ਕੁਝ ਦਾਨ ਚੰਦਾ ਦੇ ਕੇ उसका कर्ज चुका सकते हैं, ਉਸ ਦਾ ਅਸੀਂ ਕਰਜ਼ ਚੁਕਾ ਸਕਦੇ ਹਾਂ। चुका सकते हैं कर्ज। ਚੁਕਾ ਸਕਦੇ ਹਾਂ ਅਸੀਂ ਉਸ ਦਾ ਕੁਝ ਕਰਜ਼। सेवकों को रोटी खिला के ਸੇਵਕਾਂ ਨੂੰ ਰੋਟੀ ਖਿਲਾ ਕੇ कर्ज चुका सकते हैं। ਕਰਜ਼ਾ ਕੁਝ ਚੁਕਾ ਸਕਦੇ ਹਾਂ। बताओ, ਦੱਸੋ। नहीं चुका सकते। ਨਹੀਂ ਚੁਕਾ ਸਕਦੇ। तभी तो दाऊद राजा कहता है, उसका बदला मैं उसको क्या दूं? ਤਾਈਓ ਤਾਂ ਦਾਊਦ ਰਾਜਾ ਕਹਿੰਦਾ ਹੈ ਕਿ ਉਸ ਦੇ ਉਪਕਾਰਾਂ ਦਾ ਬਦਲਾ ਮੈਂ ਉਸ ਨੂੰ ਕੀ ਦਵਾਂ? उसके उपकारों का कोई भी बदला नहीं दे सकता। ਉਸ ਦੇ ਉਪਕਾਰਾਂ ਦਾ ਕੋਈ ਵੀ ਜਨ ਉਸ ਨੂੰ ਬਦਲਾ ਨਹੀਂ ਦੇ ਸਕਦਾ। ये काम कर सकते हैं जो परमेश्वर नहीं कर सकता। ਇੱਕ ਕੰਮ ਅਸੀਂ ਸਾਰੇ ਕਰ ਸਕਦੇ ਹਾਂ ਕਿ ਜਿਹੜਾ ਪਰਮੇਸ਼ਰ ਖੁਦ ਨਹੀਂ ਕਰ ਸਕਦਾ। आप कहोगे परमेश्वर तो सारे काम कर सकता ਤੁਸੀਂ है, ਕਹੋਗੇ ਕਿ ਪਰਮੇਸ਼ਰ ਤਾਂ ਸਾਰੇ ਕੰਮ ਕਰ ਸਕਦਾ ਹੈ, ये काम नहीं कर सकता। ਪਰ ਇੱਕ ਕੰਮ ਖੁਦ ਪਰਮੇਸ਼ਰ ਨਹੀਂ ਕਰ ਸਕਦਾ। बताओ कौन सा? ਦੱਸੋ ਕਿਹੜਾ? बोलो। ਦੱਸੋ ਕਿਹੜਾ ਕੰਮ? हैं जी? वेरी गुड। ਹਾਲੇਲੂਇਆ। वो ये काम नहीं कर सकता, अपनी स्तुति अपनी महिमा खुद नहीं करता। ਉਹ ਪਰਮੇਸ਼ਰ ਇੱਕ ਕੰਮ ਨਹੀਂ ਕਰ ਸਕਦਾ, ਆਪਣੀ ਮਹਿਮਾ, ਆਪਣੀ ਸਤੁਤੀ, ਆਪਣੀ ਵਡਿਆਈ ਉਹ ਖੁਦ ਨਹੀਂ ਕਰ ਸਕਦਾ। वही काम हमको करने के लिए कहता ਉਹੀ ਉਹ ਕੰਮ ਸਾਨੂੰ ਸਭਨਾਂ ਨੂੰ ਕਰਨ ਲਈ ਕਹਿੰਦਾ ਏ। है। हालेलुया। ਹਾਲੇਲੂਇਆ। शुक्रिया प्रभु का, धन्यवाद। ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਬਹੁਤ ਬਹੁਤ। प्रभु के दास को फिर से गाते बजाते बोलते देखता हूँ,
ਜਦੋਂ ਮੈਂ ਪਰਮੇਸ਼ਰ ਦੇ ਦਾਸ ਨੂੰ ਫਿਰ ਤੋਂ ਗਾਉਂਦੇ ਵਜਾਉਂਦੇ ਔਰ ਪਰਮੇਸ਼ਰ ਦਾ ਵਚਨ ਸੁਣਾਉਂਦੇ ਹੋਏ ਦੇਖਦਾ ਵਾਂ मुझे लगता ही नहीं कि इतनी बड़ी तकलीफ आई ਤੇ ਮੈਨੂੰ ਲੱਗਦਾ ਹੀ ਨਹੀਂ ਕਿ ਬੀਤੇ ਸਮੇਂ ਵਿੱਚ ਉਹਨਾਂ ਉੱਤੇ ਇੰਨੀ ਵੱਡੀ ਤਕਲੀਫ ਆਈ ਸੀ पास्टर विक्टर जॉन जी ने कितनी मेहनत की जगह जगह उनको लेकर गए हॉस्पिटल में ਸੋ ਉਹਨਾਂ ਦੇ ਪਰਿਵਾਰ ਨੇ ਪਾਸਟਰ ਵਿਕਟਰ ਜੋਨ ਜੀ ਨੇ ਕਿੰਨੀ ਜਿਹੜੀ ਕਿ ਉਹਨਾਂ ਲਈ ਤਾਂ ਕਿ ਉਹਨਾਂ ਦੂਰ ਦੂਰ ਜਗ੍ਹਾ ਜਗ੍ਹਾ ਤੇ ਲੈ ਕੇ ਗਏ पास्टर विक्टर जॉन जी की पत्नी उनकी प्यारी मम्मी जी सब पीछे बैठे हुए हैं आपको बहुत बहुत खुदावंद बरकत देंगे ਸੋ ਪਰਮੇਸ਼ਰ ਇਸ ਪੂਰੇ ਪਰਿਵਾਰ ਨੂੰ ਪਾਸਟਰ ਪੀਟਰ ਜੋਨ ਜੀ ਦੇ ਪੂਰੇ ਪਰਿਵਾਰ ਨੂੰ ਪਾਸਟਰ ਵਿਕਟਰ ਜੋਨ ਜੀ ਦੇ ਪਰਿਵਾਰ ਨੂੰ ਉਹਨਾਂ ਦੇ ਹੋਰ ਵੱਡੇ ਭਰਾ ਦੇ ਪਰਿਵਾਰ ਨੂੰ ਔਰ ਪਿੱਛੇ ਆਂਟੀ ਜੀ ਬੈਠੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਪਰਮੇਸ਼ਰ ਬਰਕਤ ਆਸ਼ੀਸ਼ ਦੇ अपने दास को उस बीमारी से आजाद किया ਸੋ ਪਰਮੇਸ਼ਰ ਨੇ ਆਪਣੇ ਦਾਸ ਨੂੰ ਉਸ ਬਿਮਾਰੀ ਤੋਂ ਆਜ਼ਾਦ ਕੀਤਾ और आपको बारिश से धूप से आजाद किया लेंटर पा करके ਤੇ ਤੁਹਾਨੂੰ ਬਾਰਿਸ਼ ਤੋਂ ਧੁੱਪ ਤੋਂ ਆਜ਼ਾਦ ਕੀਤਾ ਇਸ ਚਰਚ ਦਾ ਲੈਂਟਰ ਪਵਾਉਣ ਤੋਂ ਬਾਅਦ हालेलुया ਹਾਲੇਲੂਇਆ आजाद कर दिया ना आजाद कितना है ना ਆਜ਼ਾਦ ਕੀਤਾ ਹੈ ਨਾ आजाद कितना है ना हालेलुया ਹਾਲੇਲੂਇਆ और ये महीना हमारे देश की आजादी का है ਤੇ ਇਹ ਜਿਹੜਾ ਕਿ ਮਹੀਨਾ ਚੱਲ ਰਿਹਾ ਸਾਡੇ ਦੇਸ਼ ਦੀ ਆਜ਼ਾਦੀ ਦਾ ਹੈ 15 अगस्त 1947 को हमारा देश आजाद हुआ था 15 ਅਗਸਤ 1947 ਨੂੰ ਸਾਡਾ ਦੇਸ਼ ਜਿਹੜਾ ਸੀ ਆਜ਼ਾਦ ਹੋਇਆ ਸੀ जैसे प्रभु की दास बीमारी से आजाद हुए ਜਿਵੇਂ ਪ੍ਰਭੂ ਦੇ ਦਾਸ ਆਪਣੀ ਉਸ ਬਿਮਾਰੀ ਤੋਂ ਆਜ਼ਾਦ ਹੋਏ आप सभी लेंटर जब पड़ गया बारिश से धूप से आजाद हो गए ਤੇ ਜਿਵੇਂ ਇਸ ਚਰਚ ਦਾ ਲੈਂਟਰ ਪੈ ਗਿਆ ਤੁਸੀਂ ਸਾਰੇ ਜਣੇ ਬਾਰਿਸ਼ ਤੋਂ ਧੁੱਪ ਤੋਂ ਆਜ਼ਾਦ ਹੋ ਗਏ हमारा देश अंग्रेजों की गुलामी से 1947 में आजाद हुआ ਸੋ ਸਾਡਾ ਦੇਸ਼ ਵੀ 1947 ਦੇ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਤੋਂ ਵੀ ਆਜ਼ਾਦ ਹੋ ਗਿਆ हो गया कि नहीं हो गया ਹੋ ਗਿਆ ਸੀ ਕਿ ਨਹੀਂ ਹੋ ਗਿਆ बताओ ਦੱਸੋ क्या सच में हमारा देश पूरी तरह से आजाद हो गया ਤੇ ਕੀ ਸੱਚਮੁੱਚ ਵਿੱਚ ਸਾਡਾ ਦੇਸ਼ ਜਿਹੜਾ ਹੈ ਕਿ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ क्या हम सब पूरी तरह आजाद हो ਕੀ ਅਸੀਂ ਪੂਰੀ ਤਰ੍ਹਾਂ ਸਾਰੇ ਜਣੇ ਆਜ਼ਾਦ ਹੋ ਗਏ गए बताओ ਦੱਸੋ 76 वर्ष पहले हमारा देश अंग्रेजों की गुलामी से आजाद हो गया 76 साल ਪਹਿਲਾਂ ਸਾਡਾ ਦੇਸ਼ ਜਿਹੜਾ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ अंग्रेज लोग हमारे लोग को सताते थे तंग करते थे हमें परेशान करते थे वो 1947 में छोड़ के चले गए ਸੋ ਅੰਗਰੇਜ਼ ਲੋਕ ਸਾਡੇ ਦੇਸ਼ ਨੂੰ ਸਤਾਉਂਦੇ ਸੀ ਸਾਡੇ ਦੇਸ਼ ਦੇ ਵਾਸੀਆਂ ਨੂੰ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਹੱਕ ਮਾਰਦੇ ਸੀ ਉਹ ਜਿਹੜੇ ਕਿ 1947 ਨੂੰ ਇਸ ਦੇਸ਼ ਨੂੰ ਛੱਡ ਕੇ ਚਲੇ ਗਏ क्या हम सच में क्या सच में हमारा देश आजाद हो गया ਕਿ ਸੱਚ ਵਿੱਚ ਸਾਡਾ ਦੇਸ਼ ਜਿਹੜਾ ਹੈ ਆਜ਼ਾਦ ਹੋ ਗਿਆ बताओ ਦੱਸੋ क्या सच में हम सभी लेंटर पढ़ के आजाद हो गए ਕਿ ਸੱਚ ਵਿੱਚ ਅਸੀਂ ਇਸ ਲੈਂਟਰ ਪੈਨ ਤੋਂ ਬਾਅਦ ਆਜ਼ਾਦ ਹੋ ਗਏ कि सच में हमारे देश के लोग आजाद हो गए ਕਿ ਸੱਚ ਵਿੱਚ ਸਾਡੇ ਦੇਸ਼ ਦੇ ਲੋਕ ਆਜ਼ਾਦ ਹੋ ਗਏ कि सच में सारे देश की कलीसियाएं आजाद हो गई ਕਿ ਸੱਚ ਵਿੱਚ ਸਾਰੇ ਦੇਸ਼ ਦੀ ਕਲੀਸਿयावां ਆਜ਼ਾਦ ਹੋ ਗਈਆਂ कि सच में जब एक व्यक्ति मसीह पर विश्वास करता है वो आजाद हो जाता ਕਿ ਸੱਚ ਵਿੱਚ ਜਦੋਂ ਇੱਕ ਕੋਈ ਵਿਅਕति ਜਿਹੜਾ ਹੈ ਕਿ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਤੇ ਉਹ ਆਜ਼ਾਦ ਹੋ ਜਾਂਦਾ ਹੈ है बताओ ਦੱਸੋ अभी एक और आजादी चाहिए ਹਲੇ ਇੱਕ ਹੋਰ ਆਜ਼ਾਦੀ ਚਾਹੀਦੀ ਹੈ वाह आप सोचोगे आजादी किसी पता नहीं पास्टर जी करे मोदी साहब से आजादी चाहिए ਸੋ ਤੁਸੀਂ ਕਹੋਗੇ ਕਿ ਆਜ਼ਾਦੀ ਦੀ ਗੱਲ ਕਰ ਰਹੇ ਹੋ ਪਤਾ ਨਹੀਂ ਕਿਸ ਤੋਂ ਹੋਰ ਆਜ਼ਾਦੀ ਚਾਹੀਦੀ ਹੈ पता नहीं पास्टर जी मोदी साहब से आजादी की बात कर ਪਤਾ ਨਹੀਂ ਪਾਸਟਰ ਜੀ ਮੋਦੀ ਸਾਹਿਬ ਤੋਂ ਆਜ਼ਾਦੀ ਦੀ ਗੱਲ ਕਰ ਰਹੇ ਨੇ नहीं ਨਹੀਂ हमारा किसी पार्टी से किसी राजनीतिक से कोई ताल्लुक नहीं ਨਹੀਂ ਸਾਡਾ ਕਿਸੇ ਪਾਰਟੀ ਜਾਂ ਸਾਡਾ ਕਿਸੇ ਰਾਜਨੀਤੀ ਦੇ ਨਾਲ ਕੋਈ ਵੀ ਗੱਲ ਨਹੀਂ हम किसी पार्टी से किसी लीडर से आजादी की बात नहीं कर ਅਸੀਂ ਕਿਸੇ ਪਾਰਟੀ ਤੋਂ ਜਾਂ ਕਿਸੇ ਲੀਡਰ ਤੋਂ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ एक और आजादी चाहिए ਇੱਕ ਹੋਰ ਆਜ਼ਾਦੀ ਚਾਹੀਦੀ ਹੈ आज का हमारा विषय ये है ਅੱਜ ਦਾ ਸਾਡਾ ਵਿਸ਼ੇ ਹੈ अब आप सोचोगे आजादी किस चीज से ਹੁਣ ਤੁਸੀਂ ਸੋਚੋਗੇ ਆਜ਼ਾਦੀ ਕਿਸ ਚੀਜ਼ ਤੋਂ क्या अभी भी हमें एक और आजादी की जरूरत नहीं ਕਿ ਸਾਨੂੰ ਹਲੇ ਵੀ ਇੱਕ ਹੋਰ ਆਜ਼ਾਦੀ ਦੀ ਜ਼ਰੂਰਤ ਨਹੀਂ जरूरत है ਜ਼ਰੂਰਤ ਹੈ आपको पता है कौन सी है ਤੁਹਾਨੂੰ ਪਤਾ ਹੈ ਕਿ ਕਿਹੜੀ पापों की गुलामी से आजादी ਪਾਪਾ ਦੀ ਗੁਲਾਮੀ ਤੋਂ ਆਜ਼ਾਦੀ हालेलुया ਹਾਲੇਲੂਇਆ हालेलुया ਹਾਲੇਲੂਇਆ क्या अभी हमारे काम हमारे शहर पापों की गुलामी में नहीं
ਕਿ ਹੱਲੇ ਵੀ ਸਾਡੇ ਪਿੰਡ ਸਾਡੇ ਸ਼ਹਿਰ ਜਿਹੜੇ ਕਿ ਪਾਪ ਦੀ ਗੁਲਾਮੀ ਦੇ ਵਿੱਚ ਨਹੀਂ क्या अभी भी हमारे स्कूल हमारे कॉलेज हमारा देश पापों की गुलामी में नहीं? ਕਿ ਹਦੇ ਵੀ ਸਾਡੇ ਸਕੂਲ ਸਾਡੇ ਕਾਲਜਸ ਸਾਡੇ ਕੀ ਜਿਹੜਾ ਦੇਸ਼ ਹੈ ਪਾਪਾਂ ਦੀ ਗੁਲਾਮੀ ਦੀ ਆਜ਼ਾਦੀ ਮੋਬਾਈਲ ਵਿੱਚ ਨਹੀਂ क्या अभी भी पापों की गुलामी में नहीं? ਕਿ ਹੱਲੇ ਵੀ ਉਹ ਪਾਪਾਂ ਦੀ ਗੁਲਾਮੀ ਵਿੱਚ ਨਹੀਂ क्या अभी भी हमारे घर हमारी संस्थाएं पापों की गुलामी में नहीं? ਕਿ ਹੱਲੇ ਵੀ ਸਾਡੇ ਘਰ ਸਾਡੇ ਪਰਿਵਾਰ ਸਾਡੇ ਜਿਹੜੇ ਕਿ ਦੇਸ਼ ਜਿਹੜੇ ਕਿ ਪਾਪਾਂ ਦੀ ਗੁਲਾਮੀ ਵਿੱਚ ਨਹੀਂ बताओ। ਦੱਸੋ अंग्रेजों की गुलामी से तो आजाद 1947 में हो गए। ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ 1947 ਦੇ ਵਿੱਚ ਹੋ ਗਏ अभी भी हम किसी की गुलामी में हैं। ਹੱਲੇ ਵੀ ਅਸੀਂ ਕਿਸੇ ਦੀ ਗੁਲਾਮੀ ਦੇ ਵਿੱਚ ਹਾਂ अभी भी हमारी पिंड हमारी शहर हमारा स्टेट हमारा देश किसी की गुलामी में है। ਹੱਲੇ ਵੀ ਸਾਡੇ ਪਿੰਡ ਸਾਡੇ ਸ਼ਹਿਰ ਸਾਡੇ ਸਟੇਟ ਸਾਡਾ ਦੇਸ਼ ਕਿਸੇ ਦੀ ਗੁਲਾਮੀ ਦੇ ਵਿੱਚ ਹੈ वो कौन सी गुलामी में है? वो कौन सी गुलामी में ਉਹ है? ਕਿਹੜੀ ਗੁਲਾਮੀ ਦੇ ਵਿੱਚ ਹੈ पाप की गुलामी। ਪਾਪ ਦੀ ਗੁਲਾਮੀ ਤੋਂ हालेलुया। ਹਾਲੇਲੂਇਆ अगर सच भी अंग्रेजों को देश से बाहर निकाल के आजादी मिल जाती ਜੇਕਰ ਸੱਚ ਵਿੱਚ ਅੰਗਰੇਜ਼ਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢ ਕੇ ਜਿਹੜੀ ਕਿ ਆਜ਼ਾਦੀ ਮਿਲ ਜਾਂਦੀ फिर अभी भी हम बीमारियों की गुलामी में क्यों? ਫਿਰ ਹੱਲੇ ਵੀ ਅਸੀਂ ਬਿਮਾਰੀਆਂ ਦੀ ਗੁਲਾਮੀ ਵਿੱਚ ਕਿਉਂ बीमारियां है ना घर घर ਬਿਮਾਰੀਆਂ ਹੈ ਨਾ ਘਰ ਘਰ ਵਿੱਚ हॉस्पिटल के हॉस्पिटल भरे पड़े हैं। ਹਸਪੀਟਲ ਦੇ ਹਸਪੀਟਲ ਭਰੇ ਹੋਏ ਨਾ बताओ ਦੱਸੋ अभी भी लोग व्यभिचार की गुलामी में हैं। ਹੱਲੇ ਵੀ ਲੋਕ ਵਿਅਭਿਚਾਰ ਦੀ ਗੁਲਾਮੀ 'ਚ ਹੈ ਕਿ ਨਹੀਂ ਹੈ बोलो ਬੋਲੋ समाज भी अभी भी लोग नशे की गुलामी में है कि नहीं है? ਸਮਾਜ ਵਿੱਚ ਹੱਲੇ ਵੀ ਲੋਕ ਨਸ਼ੇ ਦੀ ਗੁਲਾਮੀ ਵਿੱਚ ਹੈ ਕਿ ਨਹੀਂ ਹੈ बताओ ਦੱਸੋ पंजाब भी इतनी जवान बच्चे नशे से मर रहे हैं, ऐसा क्यों? ਸੋ ਪੰਜਾਬ ਵਿੱਚ ਕਿੰਨੇ ਜਵਾਨ ਜਿਹੜੇ ਕਿ ਨਸ਼ੇ ਵਿੱਚ ਡੁੱਬੇ ਪਏ ਨੇ ਨਸ਼ੇ ਦੀ ਗੁਲਾਮੀ ਵਿੱਚ ਹੈ ਕਿ ਨਹੀਂ ਹੈ बताओ ਦੱਸੋ हमारे घर घर में झगड़े लड़ाइयाँ तलाक कोर्ट की केस कोर्ट इतनी बड़ी बड़ी है कि हम उस गुलामी में है कि नहीं है? ਹੱਲੇ ਵੀ ਸਾਡੇ ਘਰ ਸਾਡੇ ਪਰਿਵਾਰ ਕੋਰਟ ਕਚਹਿਰੀਆਂ ਨਾਲ ਤਲਾਕ ਦੇ ਚੱਕਰਾਂ ਵਿੱਚ ਔਰ ਸਾਰੀ ਕੋਰਟ ਕਚਹਿਰੀਆਂ ਭਰੀਆਂ ਹੋਈਆਂ ਕਿ ਨਹੀਂ ਭਰੀਆਂ ਹੈ अभी भी हम झगड़ों की दुष्ट आत्मा की गुलामी में है कि नहीं? ਹੱਲੇ ਵੀ ਅਸੀਂ ਝਗੜਿਆਂ ਦੀ ਔਰ ਦੁਸ਼ਟ ਆਤਮਾ ਦੀ ਗੁਲਾਮੀ ਵਿੱਚ ਹੈ ਕਿ ਨਹੀਂ ਹੈ आप बोलते नहीं, ਤੁਸੀਂ ਬੋਲਦੇ ਨਹੀਂ चुप चुप बैठे हो। ਚੁੱਪ ਚੁੱਪ ਬੈਠੇ ਹੋ बताओ ਦੱਸੋ अश्लील फिल्मों की गुलामी में है कि नहीं है? ਅੱਜ ਵੀ ਸਾਡਾ ਸਮਾਜ ਸਾਡਾ ਦੇਸ਼ ਅਸ਼ਲੀਲ ਫਿਲਮਾਂ ਦੀ ਗੁਲਾਮੀ ਵਿੱਚ ਹੈ ਕਿ नहीं है हमारे बच्चे मोबाइल खोल कर बैठे रहते हैं कुछ देर। ਸਾਡੇ ਬੱਚੇ ਮੋਬਾਈਲ ਖੋਲ ਕੇ ਬੈਠੇ ਰਹਿੰਦੇ ਆ ਕੁਝ मम्मी पापा कहते हैं मेरा बेटा पढ़ाई कर रहा है, ਲੋਕ ਸੋਚਦੇ ਕਿ ਮੇਰਾ ਬੇਟਾ ਪੜ੍ਹਾਈ ਕਰ ਰਿਹਾ ਹੈ लेकिन वो पढ़ाई के साथ साथ कुछ और भी करता ਪਰ ਉਹ ਪੜ੍ਹਾਈ ਦੇ ਨਾਲ ਕੁਝ ਹੋਰ ਵੀ ਕਰਦਾ ਹੈ है। उस गंदी फिल्मों की गुलामी में है कि नहीं? ਉਸ ਗੰਦੀ ਫਿਲਮਾਂ ਦੀ ਗੁਲਾਮੀ ਵਿੱਚ ਹੈ ਕਿ ਨਹੀਂ ਹੈ ये गुलामी से आजादी कब मिलेगी? ਇਸ ਗੁਲਾਮੀ ਤੋਂ ਆਜ਼ਾਦੀ ਕਦੋਂ ਮਿਲੇਗੀ उस गुलामी से आजादी तो 1947 में 76 साल पहले मिल गई। ਸੋ ਉਸ ਗੁਲਾਮੀ ਤੋਂ ਆਜ਼ਾਦੀ ਤਾਂ ਅੱਜ ਤੋਂ 76 ਸਾਲ ਪਹਿਲਾਂ ਮਿਲ ਗਈ हमारे कितने नेताओं ने कुर्बानियां दी, ਸਾਡੇ ਕਿੰਨੇ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ कितने लोगों ने कुर्बानियां दी, ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ कितने सैनिकों ने कुर्बानियां ਕਿੰਨੇ ਸੈਨਿਕਾਂ ਨੇ ਕੁਰਬਾਨੀਆਂ ਦਿੱਤੀਆਂ अंग्रेजों को देश से बाहर निकाल दिया। ਅੰਗਰੇਜ਼ਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢ ਦਿੱਤਾ इस गुलामी से आजादी कब और कैसे मिलेगी? ਇਸ ਗੁਲਾਮੀ ਤੋਂ ਆਜ਼ਾਦੀ ਕਦੋਂ ਤੇ ਕਿਵੇਂ ਮਿਲੇਗੀ हमारी सरकार के दफ्तरों में भ्रष्टाचार की गुलामी में लोग है कि नहीं? ਸਾਡੇ ਸਰਕਾਰੀ ਦਫ਼ਤਰਾਂ ਵਿੱਚ ਲੋਕ ਭ੍ਰਸ਼ਟਾਚਾਰ ਦੀ ਗੁਲਾਮੀ ਵਿੱਚ ਹੈ ਕਿ ਨਹੀਂ ਹੈ रिश्वत चलती है कि नहीं चलती? ਰਿਸ਼ਵਤ ਚਲਦੀ ਹੈ ਕਿ ਨਹੀਂ ਚਲਦੀ बताओ ਦੱਸੋ क्या हम उसकी गुलामी में नहीं ਕਿ ਉਸ ਦੀ ਗੁਲਾਮੀ ਦੇ ਵਿੱਚ ਅੱਜ ਵੀ ਸਾਡਾ ਸਮਾਜ ਸਾਡਾ ਦੇਸ਼ ਨਹੀਂ है कि नहीं है? ਹੈ ਕਿ ਨਹੀਂ ਹੈ घर घर भी तलाक घर घर भी झगड़े लेडीज को जलाया जा रहा है। बचपन में देखो पिछले दिनों क्या हुआ। ਘਰ ਘਰ ਵਿੱਚ ਝਗੜੇ ਘਰ ਘਰ ਵਿੱਚ ਤਲਾਕ ਘਰ ਘਰ ਵਿੱਚ ਲੇਡੀਜ਼ ਨੂੰ ਜਲਾਇਆ ਜਾ ਰਿਹਾ ਕਿ ਨਹੀਂ ਜਲਾਇਆ मणिपुर में देखो पिछले दिनों क्या हुआ। ਮਨੀਪੁਰ ਦੇ ਵਿੱਚ ਦੇਖੋ ਪਿਛਲੇ ਦਿਨਾਂ ਕੀ ਹੋਇਆ ये पाप की गुलामी भी है कि नहीं है? ਇਸ ਟਾਈਮ ਵੀ ਸਾਡਾ ਦੇਸ਼ ਜਿਹੜਾ ਕਿ ਪਾਪ ਦੀ ਗੁਲਾਮੀ 'ਚ ਹੈ ਕਿ ਨਹੀਂ ਹੈ ਹੈ किसके लिए कोई कोशिश नहीं करता कि हम इस गुलामी
ਲਈ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਇਸ ਗੁਲਾਮੀ ਤੋਂ ਵੀ ਆਜ਼ਾਦੀ ਪਾਈ ਜਾ ਸਕੇ। कुछ भी सरकार, कुछ भी नेता पापों की गुलामी से समाज को आजाद कराने की कोशिश करता है। ਕੋਈ ਵੀ ਸਰਕਾਰ, ਕੋਈ ਵੀ ਨੇਤਾ ਪਾਪ ਦੀ ਗੁਲਾਮੀ ਤੋਂ ਲੋਕਾਂ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਦਾ। कोई करता है। ਕੋਈ ਕਰਦਾ ਹੈ? सरकार खुद शराब के ठेकों का लाइसेंस देते हैं। ਸਰਕਾਰ ਜਿਹੜੀ ਹੈ ਕਿ ਖੁਦ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਦਿੰਦੀ ਹੈ। कोई भी सरकार आए, किसी भी पार्टी की सरकार आए, ਕੋਈ ਵੀ ਸਰਕਾਰ ਆਵੇ, ਕਿਸੇ ਵੀ ਪਾਰਟੀ ਦੀ ਸਰਕਾਰ ਆਵੇ, जो खुद शराब के ठेकों का लाइसेंस बांटती है, ਜੋ ਖੁਦ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਵੰਡਦੀ ਹੈ, खुद लाठी स्टाल का लाइसेंस बांटती ਖੁਦ ਲਾਟਰੀ ਸਟਾਲ ਦਾ ਜਿਹੜੀ ਲਾਇਸੈਂਸ ਵੰਡਦੀ ਹੈ, है। वो सरकार समाज को पाप की गुलामी से कैसे निकाले? ਉਹ ਸਰਕਾਰ ਸਮਾਜ ਨੂੰ, ਲੋਕਾਂ ਨੂੰ ਪਾਪ ਦੀ ਗੁਲਾਮੀ ਤੋਂ ਕਿੱਦਾਂ ਕੱਢ ਸਕਦੀ ਹੈ? मेरी बात समझ रहे हो आप सभी? ਮੇਰੀ ਗੱਲ ਸਮਝ ਰਹੇ ਤੁਸੀਂ ਸਾਰੇ? बीच में बात शुरू की थी कि लैंडर पड़ के हम बारिश से आजाद हो गए। ਮੈਂ ਗੱਲ ਸ਼ੁਰੂ ਕੀਤੀ ਸੀ ਕਿ ਲੈਂਟਰ ਪੈ ਕੇ ਅਸੀਂ ਧੁੱਪ ਤੋਂ ਆਜ਼ਾਦੀ ਪਾ ਲਈ। प्रभु के दास ने बीमारी से आजादी पा ली। ਪ੍ਰਭੂ ਦੇ ਦਾਸ ਨੇ ਬਿਮਾਰੀ ਤੋਂ ਆਜ਼ਾਦੀ ਪਾ ਲਈ। बहुत अच्छी बात। ਬਹੁਤ ਚੰਗੀ ਗੱਲ। लेकिन हमारा समाज, हमारी देश ने 1947 में इसी बीच अंग्रेजों की गुलामी से आजादी पा ली। ਸੋ ਸਾਡੇ ਦੇਸ਼ ਨੇ ਵੀ ਇਸੇ ਹੀ ਮਹੀਨੇ ਸਨ 1947 ਦੇ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਪਾ ਲਈ। लेकिन हम पापों की गुलामी से आजादी कब पाए? ਪਰ ਪਾਪਾਂ ਦੀ ਗੁਲਾਮੀ ਤੋਂ ਆਜ਼ਾਦੀ ਕਦੋਂ ਪਾਵਾਂਗੇ? कैसे पाएंगे? ਕਿੱਦਾਂ ਪਾਵਾਂਗੇ? देखो, अंग्रेजों को बाहर निकाल दिया, आजाद हो गए। ਦੇਖੋ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ ਤੇ ਆਜ਼ਾਦ ਹੋ ਗਏ। चारों तरफ झंडा फहराया जाता है। ਚਾਰੋਂ ਤਰਫ ਝੰਡਾ ਫਹਿਰਾਇਆ ਜਾਂਦਾ ਹੈ। आज किसी के ऊपर बहुत सा कर्जा, वो भी झंडा फहराता है। ਅੱਜ ਜੇਕਰ ਕਿਸੇ ਉੱਤੇ ਬਹੁਤ ਸਾਰਾ ਕਰਜ਼ਾ, ਉਹ ਵੀ ਉਸ ਦਿਨ ਝੰਡਾ ਫਹਿਰਾਉਂਦਾ ਹੈ ਕਿ ਮੇਰਾ ਦੇਸ਼ ਆਜ਼ਾਦ ਹੋਇਆ, ਮੇਰਾ ਦੇਸ਼ ਆਜ਼ਾਦ ਹੋਇਆ। व्यभिचार भी है, वो भी झंडा फहराता ਅੱਜ ਕੋਈ ਵਿਚਾਰ ਦੇ ਵਿੱਚ ਆ, ਉਹ ਵੀ ਝੰਡਾ ਫਹਿਰਾਉਂਦਾ ਹੈ ਕਿ ਸਾਡਾ ਦੇਸ਼ ਆਜ਼ਾਦ ਹੋ ਗਿਆ, ਸਾਡਾ ਦੇਸ਼ ਆਜ਼ਾਦ ਹੋ ਗਿਆ। है। आज कोई गंदी पिक्चर देखता है, वो भी झंडा फहराता ਅੱਜ ਕੋਈ ਗੰਦੀਆਂ ਫਿਲਮਾਂ ਦੇਖਦਾ, ਉਹ ਵੀ ਝੰਡਾ ਫਹਿਰਾਉਂਦਾ ਹੈ ਕਿ ਮੇਰਾ ਦੇਸ਼ ਆਜ਼ਾਦ, ਅਸੀਂ ਆਜ਼ਾਦ ਦੇਸ਼ ਦੇ ਨਾਗਰਿਕ ਹਾਂ। है। लेकिन उसको पूछा जाए तू कब आजाद होगा? ਪਰ ਉਸ ਨੂੰ ਪੁੱਛਿਆ ਜਾਵੇ कि तू कदों आजाद होवेगा, तू व्यभिचार से कब आजाद होगा? तू व्यभिचार तो कदों आजाद होवेगा, कर्जे से कब आजाद तू होगा? कर्जे तो कदों आजाद होवेगा, गंदी पिक्चर से कब तू आजाद होगा? गंदी फिल्मां तो आजाद कद होवेगा? कोई पूछता है? कोई पूछदा है? कोई नहीं पूछता। कोई नहीं पूछदा। इसलिए समाज में तरक्की नहीं, समाज में गड़बड़ है। इसलिए समाज में तरक्की नहीं, समाज में गड़बड़ है। असली देश तब आजाद होगा जब लोग पापों की गुलामी से आजाद हो जाएंगे। असली देश तद आजाद होवेगा जब लोग पापा दी गुलामी तो भी आजाद हो जाएंगे। जब पापों की गुलामी से लोग आजाद हो जाएंगे, जब पापा दी गुलामी तो लोग आजाद हो जाएंगे, तब कौवे भी रोटी ला कर दिया करेंगे। और कौए भी रोटी लिया के दिया करेंगे। कौवे भी रोटी ला कर तद कौए भी रोटी लिया के दिया करेंगे। तब आंधियों में भी चिराग जलेंगे। तद आंधियों में भी चिराग जलेंगे। तब आपके घरों में खुशहाली बनी तद रहेगी। ਤੁਹਾਡੇ ਘਰਾਂ ਵਿੱਚ ਖੁਸ਼ਹਾਲੀ ਬਣੀ ਰਹੇਗੀ। अब सवाल क्या है? ਹੁਣ ਸਵਾਲ ਕੀ ਹੈ? Glory to Jesus. Thank you, Lord. अब सवाल ये है कि इस पापों की गुलामी से आजादी पाएंगे ਹੁਣ कैसे? ਸਵਾਲ ਇਸ ਗੱਲ ਦਾ ਹੈ ਕਿ ਇਸ ਪਾਪਾ ਦੀ ਗੁਲਾਮੀ ਤੋਂ ਆਜ਼ਾਦੀ ਪਾਈਏ ਤੇ ਕਿਵੇਂ ਪਾਈਏ? हालेलुया। ਹਾਲੇਲੂਇਆ। अंग्रेजों को लाठी मार के, बंदूक मार के बाहर निकाल दिया, ਅੰਗਰੇਜ਼ਾਂ ਨੂੰ ਲਾਠੀ ਮਾਰ ਕੇ, ਬੰਦੂਕ ਮਾਰ ਕੇ ਬਾਹਰ ਕੱਢ ਦਿੱਤਾ, आजादी मिल गई। ਆਜ਼ਾਦੀ ਮਿਲ ਗਈ। इस पापों की गुलामी से आजादी कैसे ਪਰ पाए? ਇਸ ਪਾਪਾ ਦੀ ਗੁਲਾਮੀ ਤੋਂ ਆਜ਼ਾਦੀ ਕਦੋਂ ਮਿਲੇਗੀ? इस पापों की गुलामी से आजादी कैसे पाए? ਇਸ ਪਾਪਾ ਦੀ ਆਜ਼ਾਦੀ, ਇਸ ਪਾਪਾ ਦੀ ਗੁਲਾਮੀ ਤੋਂ ਅਸੀਂ ਆਜ਼ਾਦੀ ਕਿਵੇਂ ਪਾਈਏ? एक रास्ता है। ਇੱਕ ਰਸਤਾ ਹੈ। मैं बाइबल में से बताऊंगा रास्ता कौन। ਮੈਂ ਬਾਈਬਲ 'ਚ ਤੁਹਾਨੂੰ ਦੱਸਾਂਗੀ ਕਿ ਰਸਤਾ ਕਿਹੜਾ ਹੈ। रास्ता केवल मसीहों के लिए नहीं, सारी दुनिया के लिए रास्ता है। ਇਹ ਰਸਤਾ ਸਿਰਫ ਮਸੀਹ ਲੋਕਾਂ ਲਈ ਨਹੀਂ ਬਲਕਿ ਸਾਰੀ ਦੁਨੀਆ ਦੇ ਲਈ ਰਸਤਾ ਹੈ। अगर सारी दुनिया के लोग इस रास्ते को अपना लें, ਜੇਕਰ ਸਾਰੀ ਦੁਨੀਆ ਦੇ ਲੋਕ ਇਸ ਰਸਤੇ ਨੂੰ ਅਪਣਾ ਲੈਣ पापों की गुलामी से आजादी मिल ਤੇ जाए। ਪਾਪਾ ਦੀ ਗੁਲਾਮੀ ਤੋਂ ਆਜ਼ਾਦੀ ਮਿਲ ਜਾਵੇਗੀ। आज से 32 वर्ष पहले मुझे भी प्रभु जी इस पापों की गुलामी से आजादी। ਅੱਜ ਤੋਂ 32 ਸਾਲ ਪਹਿਲਾਂ
ਪਰਮੇਸ਼ਰ ਨੇ ਮੈਨੂੰ ਵੀ ਇਸ ਪਾਪਾ ਦੀ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ। हरियाणा स्टेट में रहा करता ਜਦੋਂ ਮੈਂ ਹਰਿਆਣਾ ਸਟੇਟ ਦੇ ਵਿੱਚ ਰਿਹਾ ਕਰਦਾ ਸੀ, कितनी कौन सी भक्ति किया करता ਪਤਾ ਨਹੀਂ ਕਿੰਨੀ ਕਿੰਨੀ ਮੈਂ ਕਿਵੇਂ ਕਿਵੇਂ ਦੀ ਭਗਤੀ ਕਰਿਆ ਕਰਦਾ ਸੀ। मेरे जीवन में शांति नहीं थी। ਮੇਰੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਸੀ। जब ये तरीका मैंने अपनाया ਜਦੋਂ ਇਹ ਤਰੀਕਾ ਮੈਂ ਅਪਣਾਇਆ मुझे पापों की गुलामी से आजादी ਤੇ ਮੈਨੂੰ ਪਾਪਾ ਦੀ ਗੁਲਾਮੀ ਤੋਂ ਆਜ਼ਾਦੀ ਮਿਲ ਗਈ। मिली। आज 32 वर्ष हो गया ਅੱਜ 32 ਸਾਲ ਹੋ ਗਏ उस गुलामी से आजादी पा। ਉਸ ਗੁਲਾਮੀ ਤੋਂ ਆਜ਼ਾਦੀ ਪਾਏ ਹੋਏ। क्या आप भी आजादी पाना चाहते ਇਹ हो? ਤੁਸੀਂ ਵੀ ਆਜ਼ਾਦੀ ਪਾਣਾ ਚਾਹੁੰਦੇ ਹੋ? अगर आप आजादी पा चुके हो ਜੇਕਰ ਤੁਸੀਂ ਆਜ਼ਾਦੀ ਪਾ ਚੁੱਕੇ ਹੋ अपने दूसरों को आजादी दिलवानी ਤੇ ਤੁਸੀਂ ਦੂਸਰਿਆਂ ਨੂੰ ਵੀ ਆਜ਼ਾਦੀ ਦਿਲਵਾਨੀ ਹੈ। क्या आप उस तरीके को जानना चाहोगे? ਕਿ ਤੁਸੀਂ ਉਸ ਤਰੀਕੇ ਨੂੰ ਜਾਣਨਾ ਚਾਹੋਗੇ? पढ़ लीजिए ਪੜ੍ਹ ਲਿਓ यूहन्ना 8 का 32। ਯਹੂਨਾ 8 ਅਧਿਆਏ ਉਹਦੀ 32 ਆਇਤ। यूहन्ना 8 का 32। ਯਹੂਨਾ 8 ਅਧਿਆਏ ਉਹਦੀ 32 ਆਇਤ। ਯਹੂਨਾ 8 ਅਧਿਆਏ ਉਹਦੀ 32 ਆਇਤ। यूहन्ना 8 की 32। तुम सत्य को जानोगे और सत्य तुम्हें स्वतंत्र करेगा। तुम सत्य को जानोगे और सत्य तुम्हें स्वतंत्र करेगा। तुम किसको जानोगे? ਤੁਸੀਂ ਕਿਹਨੂੰ ਜਾਣੋਗੇ? सत्य को। ਸੱਤਿਆ ਨੂੰ। सत्य का मतलब ਸੱਤਿਆ ਦਾ ਮਤਲਬ सच्चाई। ਸੱਚਾਈ ਨੂੰ। तुम सत्य को जानोगे। ਤੁਸੀਂ ਸੱਚਾਈ ਨੂੰ ਜਾਣੋਗੇ सच्चाई तुमको क्या कर देगी? ਤੇ ਸੱਚਾਈ ਤੁਹਾਨੂੰ ਕੀ ਕਰ ਦੇਵੇਗੀ? आजाद। ਆਜ਼ਾਦ। वाह। कोई किसी को लाठी नहीं मारनी, किसी को बंदूक नहीं मारनी, किसी को गाली नहीं देना। ਕੋਈ ਕਿਸੇ ਨੂੰ ਲਾਠੀ ਨਹੀਂ ਮਾਰਨੀ, ਕਿਸੇ ਨੂੰ ਗੋਲੀ ਨਹੀਂ ਮਾਰਨੀ, ਕਿਸੇ ਨਾਲ ਝਗੜਾ ਨਹੀਂ ਕਰਨਾ। सिर्फ सत्य को जानना है। ਸਿਰਫ ਸੱਚਾਈ ਨੂੰ ਤੁਸੀਂ ਜਾਣਨਾ ਹੈ। जिसने सच्चाई को जान लिया ਜਿੰਨੇ ਜਿੰਨੇ ਉਸ ਸੱਚਾਈ ਨੂੰ ਜਾਣ ਲਿਆ उसको परमेश्वर ने आजाद कर दिया। ਉਸ ਨੂੰ ਪਰਮੇਸ਼ਰ ਨੇ ਆਜ਼ਾਦ ਕਰ ਦਿੱਤਾ। 12 साल की टोकन स्त्री बाइबल कहती है ना। 12 साल ਦੀ ਰੋਗਨ ਇਸਤਰੀ ਬਾਰੇ ਬਾਈਬਲ ਦੱਸਦੀ ਹੈ ਨਾ। 12 साल की टोकन स्त्री ने सच्चाई को जान लिया। 12 ਸਾਲ ਦੀ ਰੋਗਨ ਇਸਤਰੀ ਨੇ ਸੱਚਾਈ ਨੂੰ ਜਾਣ ਲਿਆ। प्रभु यीशु को जान लिया। ਪ੍ਰਭੂ ਯਿਸੂ ਨੂੰ ਜਾਣ ਲਿਆ। बस्तर छू लिया। ਰਸਤਾ ਚੁਣ ਲਿਆ। बस्तर छू लिया। ਉਸ ਦੇ ਕੱਪੜਿਆਂ ਨੂੰ ਜਾ ਕੇ ਛੂ ਲਿਆ। 12 साल की बीमारी से क्या हो गई? 12 साल ਦੀ ਬਿਮਾਰੀ ਤੋਂ ਕੀ ਹੋ ਗਈ? आजाद। ਆਜ਼ਾਦ। तुम सत्य को जानोगे। ਬਾਈਬਲ ਦੱਸਦੀ ਹੈ ਕਿ ਤੁਸੀਂ ਸੱਚਾਈ ਨੂੰ ਜਾਣੋਗੇ सच्चाई थानों की करेगी। ਤਾਂ ਸੱਚਾਈ ਤੁਹਾਨੂੰ ਫਿਰ ਕੀ ਕਰੇਗੀ? आजाद। ਆਜ਼ਾਦ ਕਰੇਗੀ। आप पूछोगे सच्चाई कौन? ਹੁਣ ਤੁਸੀਂ ਪੁੱਛੋਗੇ ਸੱਚਾਈ ਕੌਣ? कौन सी सच्चाई को जानना चाहे? ਇਹ ਕਿਹੜੀ ਸੱਚਾਈ ਨੂੰ ਜਾਣਿਆ ਜਾਵੇ? पढ़ लो। ਪੜ੍ਹ ਲਓ यूहन्ना 14 का 6। ਯਹੂਨਾ 14 ਅਧਿਆਏ ਉਹਦੀ 6। उस पढ़िए पढ़िए यूहन्ना 14 का 6। यीशु ने उससे कहा, मार्ग और सत्य और जीवन मैं ही हूँ। ये देखिए परमेश्वर ने कहा ਦੇਖੋ ਪ੍ਰਭੂ ਯਿਸੂ ਨੇ ਕਿਹਾ जिस सत्य को तुम जानना चाहते हो ਜਿਸ ਸੱਚਾਈ ਨੂੰ ਸੱਤੇ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ वो मार्ग भी मैं हूँ, ਉਹ ਮਾਰਗ ਵੀ ਮੈਂ ਵਾਂ, वो सत्य भी मैं ਉਹ हूँ, ਸੱਚਾਈ ਵੀ ਮੈਂ ਵਾਂ जीवन भी मैं हूँ। ਤੇ ਜੀਵਨ ਵੀ ਮੈਂ ਵਾਂ। हालेलुया। ਹਾਲੇਲੂਇਆ। जिसने सत्य परमेश्वर प्रभु यीशु को जान लिया ਜਿਸ ने ਸੱਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ उसने आजादी पा ली। ਉਸ ਨੇ ਆਜ਼ਾਦੀ ਪਾ ਲਈ। हालेलुया। दुनिया के लोग, हिंदुस्तान के लोग जिस दिन आजादी को पाना चाहते हैं ਦੁਨੀਆ ਦੇ ਲੋਕ, ਹਿੰਦੁਸਤਾਨ ਦੇ ਲੋਕ ਜਿਸ ਆਜ਼ਾਦੀ ਨੂੰ ਪਾਣਾ ਚਾਹੁੰਦੇ ਨੇ उस सत्य को जान जाए, ਉਹ ਸੱਤੇ ਨੂੰ ਜਾਣ ਜਾਣ, उस सत्य को कबूल कर ले, ਉਹ ਸੱਤੇ ਨੂੰ ਕਬੂਲ ਕਰ ਲੈਣ, उनको आजादी मिल जाए। ਉਹਨਾਂ ਨੂੰ ਆਜ਼ਾਦੀ ਮਿਲ ਜਾਵੇਗੀ। किस चीज से आजादी? ਕਿਸ ਚੀਜ਼ ਤੋਂ ਆਜ਼ਾਦੀ? पापों की गुलामी से, ਪਾਪਾ ਦੀ ਗੁਲਾਮੀ ਤੋਂ ਆਜ਼ਾਦੀ, व्यभिचार से आजादी, ਵਿਚਾਰ ਤੋਂ ਆਜ਼ਾਦੀ, गाली देने से आजादी, ਗਾਲੀ ਗਲੋਚ ਕਰਨ ਤੋਂ ਆਜ਼ਾਦੀ, मूर्ति पूजा करने से आजादी, ਮੂਰਤੀ ਪੂਜਾ ਕਰਨ ਤੋਂ ਆਜ਼ਾਦੀ, भ्रष्टाचार से आजादी, ਭ੍ਰਸ਼ਟਾਚਾਰ ਤੋਂ ਆਜ਼ਾਦੀ, लड़ाई झगड़ा करने से आजादी, ਲੜਾਈ ਝਗੜਾ ਕਰਨ ਤੋਂ ਆਜ਼ਾਦੀ, फिल्में देखने से आजादी, ਗੰਦੀ ਫਿਲਮਾਂ ਦੇਖਣ ਤੋਂ ਆਜ਼ਾਦੀ, गाने से आजादी, ਗੰਦੇ ਗੀਤ ਗਾਉਣ ਤੋਂ ਆਜ਼ਾਦੀ, माँ बाप को पीटने से आजादी। ਮਾਂ-ਬਾਪ ਨੂੰ ਪਿੱਟਣ ਤੋਂ ਆਜ਼ਾਦੀ। परमेश्वर ने कहा मार्ग भी मैं हूँ, ਪ੍ਰਭੂ ਯਿਸੂ ਨੇ ਕਿਹਾ ਕਿ ਮਾਰਗ ਵੀ ਮੈਂ ਵਾਂ सत्य भी मैं हूँ, ਤੇ ਸੱਤੇ ਵੀ ਮੈਂ ਵਾਂ जीवन भी मैं हूँ। ਤੇ ਜੀਵਨ ਵੀ ਮੈਂ ਵਾਂ। इसका मतलब पता
क्या बना? ਇਸ ਦਾ ਮਤਲਬ ਕੀ ਬਣਿਆ? स्वर्ग तक जाने का रास्ता भी मैं हूं, ਸਵਰਗ ਤੱਕ ਜਾਣ ਦਾ ਰਸਤਾ ਵੀ ਮੈਂ ਵਾਂ, सत्य भी मैं हूं। ਸੱਤੇ ਵੀ ਮੈਂ ਵਾਂ। अगर तुम सच्चाई को जानना चाहते ਜੇਕਰ ਤੁਸੀਂ ਸੱਚਾਈ ਨੂੰ ਜਾਣਨਾ ਚਾਹੁੰਦੇ हो, ਹੋ, सच्चाई के वचन को जानना चाहते ਸੱਚਾਈ ਦੇ ਵਚਨਾਂ ਨੂੰ ਜਾਣਨਾ ਚਾਹੁੰਦੇ ਹੋ, हो, वो भी मैं हूं ਉਹ ਵੀ ਮੈਂ ਵਾਂ और जीवन भी मैं हूं। ਤੇ ਜੀਵਨ ਵੀ ਮੈਂ ਵਾਂ। जीवन का मतलब ਜੀਵਨ ਦਾ ਮਤਲਬ अनंत जीवन, ਅਨੰਤ ਜੀਵਨ, स्वर्गीय जीवन। ਸਵਰਗੀय ਜੀਵਨ। अगर तुम स्वर्गीय जीवन को जानना चाहते हो, ਜੇਕਰ ਤੁਸੀਂ ਸਵਰਗੀय ਜੀਵਨ ਨੂੰ ਜਾਣਨਾ ਚਾਹੁੰਦੇ ਹੋ, वो भी मैं हूं। ਉਹ ਵੀ ਮੈਂ ਵਾਂ। हालेलुया। ਹਾਲੇਲੂਇਆ। इसको पढ़ लो, यूहन्ना 8 का 35। ਇੱਕ ਹੋਰ ਪੜ੍ਹ ਲਓ, यूहन्ना 8 का 34। ਯਹੂਨਾ 8 ਅਧਿਆਇ ਦੀ 30। यूहन्ना 8 का 34। इसलिए यदि पुत्र तुम्हें स्वतंत्र करेगा तो सचमुच तू स्वतंत्र हो जाओगे। अगर पुत्र आपको स्वतंत्र करेगा, ਜੇਕਰ ਪੁੱਤਰ ਤੁਹਾਨੂੰ ਸੁਤੰਤਰ ਕਰੇਗਾ, पुत्र कौन? ਇਹ ਪੁੱਤਰ ਕੌਣ? जिस नाम से बपतिस्मा लेते हैं, ਜਿਸ ਨਾਮ ਤੋਂ ਅਸੀਂ ਬਪਤਿਸਮਾ ਲੈਨੇ ਆ, और पुत्र और पवित्र आत्मा के नाम से। ਪਿਤਾ ਔਰ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮਾ। इसके अलावा दूसरे किसी नाम से बपतिस्मा नहीं लेना। ਇਸ ਤੋਂ ਇਲਾਵਾ ਕਿਸੇ ਹੋਰ ਨਾਮ ਤੋਂ ਬਪਤਿਸਮਾ ਨਹੀਂ ਲੈਣਾ। अगर पुत्र कौन है? ਇਹ ਅਸੀਂ ਪੜਿਆ ਕਿ ਪੁੱਤਰ ਕੌਣ ਹੈ? प्रभु यीशु। ਪ੍ਰਭु ਯਿਸੂ। आज से 2022 साल पहले पिता परमेश्वर खुद देह धारण करके पुत्र के रूप में जमीन पर आ गए। ਅੱਜ ਤੋਂ 22 ਸਾਲ ਪਹਿਲਾਂ ਜਿਹੜਾ ਕਿ ਪ੍ਰਭੂ ਯਿਸੂ ਮਸੀਹ ਪਿਤਾ ਪਰਮੇਸ਼ਰ ਜਿਹੜਾ ਕਿ ਪੁੱਤਰ ਦਾ ਰੂਪ ਧਾਰਨ ਕਰਕੇ, ਪ੍ਰਭੂ ਯਿਸੂ ਦਾ ਰੂਪ ਧਾਰਨ ਕਰਕੇ ਇਸ ਧਰਤੀ ਉੱਤੇ ਆ ਗਏ। उसका नाम रखा गया प्रभु यीशु। ਉਸ ਦਾ ਨਾਮ ਰੱਖਿਆ ਗਿਆ ਪ੍ਰਭੂ ਯਿਸੂ। अगर वो पुत्र को यीशु आपको आजाद करेगा, ਜੇਕਰ ਉਹ ਪੁੱਤਰ ਉਹ ਪ੍ਰਭु ਯਿਸੂ ਤੁਹਾਨੂੰ ਆਜ਼ਾਦ ਕਰਨਗੇ, तो तुम क्या हो ਤੇ जाओगे? ਤੁਸੀਂ ਫਿਰ ਕੀ ਹੋ ਜਾਓਗੇ? आजाद। ਆਜ਼ਾਦ ਹੋ ਜਾਓਗੇ। हालेलुया। ਹਾਲੇਲੂਇਆ। केवल पुत्र आपको अगर आजाद करेगा, ਸਿਰਫ ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ, प्रभु यीशु हमारे देश को आजाद करेगा, ਜੇਕਰ ਪ੍ਰਭੂ ਯਿਸੂ ਸਾਡੇ ਦੇਸ਼ ਨੂੰ ਆਜ਼ਾਦ ਕਰੇਗਾ, अगर प्रभु यीशु इस धरती के एक एक जन को, एक एक जाति को आजाद करेगा, ਜੇਕਰ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਰਹਿਣ ਵਾਲੇ ਇੱਕ ਇੱਕ ਜਨ ਨੂੰ ਆਜ਼ਾਦ ਕਰੇਗਾ, तो हम आजाद हो जाएंगे। तो ਅਸੀਂ ਸਾਰੇ ਆਜ਼ਾਦ ਹੋ ਜਾਵਾਂਗੇ। आज से 2022 साल पहले प्रभु यीशु मसीह जमीन पर किस लिए आए थे? तो 2022 ਸਾਲ ਪਹਿਲਾਂ ਜਿਹੜੇ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਕਿਉਂ ਆਏ ਸੀ? किस लिए आए थे? ਕਿਸ ਲਈ ਆਏ ਸੀ? लोगों को पापों की गुलामी से आजाद करने। ਲੋਕਾਂ ਨੂੰ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਲਈ। किस लिए आए थे? ਕਿਸ ਲਈ ਆਏ ਸੀ? क्या कोई नया धर्म बनाने आए ਕੀ थे? ਕੋਈ ਨਵਾਂ ਧਰਮ ਬਣਾਉਣ ਲਈ ਆਏ ਸੀ? बताओ। ਦੱਸੋ। ईसाई धर्म बनाने आए थे। ਈਸਾਈ ਧਰਮ ਬਣਾਉਣ ਲਈ ਆਏ ਸੀ? मेरा तो धर्म बदला नहीं 32 साल में प्रभु यीशु ने। ਮੇਰਾ ਤਾਂ ਧਰਮ ਬਦਲਿਆ ਨਹੀਂ, 32 ਸਾਲ ਹੋ ਗਏ ਪ੍ਰਭੂ ਯਿਸੂ ਨੇ। मेरे नाम के पीछे अभी भी गुप्ता लगता, मेरा नाम नहीं बदला। ਮੇਰੇ ਨਾਮ ਦੇ ਪਿੱਛੇ ਹਲੇ ਵੀ ਗੁਪਤਾ ਲੱਗਦਾ, ਮੇਰਾ ਨਾਮ ਨਹੀਂ ਬਦਲਿਆ। मैं कोई अनपढ़ नहीं था कि मैं किसी के पीछे लग गया। ਮੈਂ ਕੋਈ ਅਨਪੜ੍ਹ ਨਹੀਂ ਸੀ ਕਿ ਕਿਸੇ ਦੇ ਪਿੱਛੇ ਲੱਗ ਗਿਆ। मेरे से आप कितने लोग जानते हैं मुझे बीकॉम बीएड एमए इंग्लिश पीएचडी जीडी ਤੁਹਾਡੇ कितनी क्लासें पास कर। ਤੁਹਾਡੇ ਵਿੱਚੋਂ ਕਿੰਨੇ ਲੋਕ ਸ਼ਾਇਦ ਜਾਣਦੇ ਵੀ ਹੋਣਗੇ ਮੈਂ ਬੀਕਾਮ ਬੀਐਡ ਪੀਐਚਡੀ ਡੀਡੀ ਐਮਏ ਇੰਗਲਿਸ਼ ਵੀ ਕੀਤੀ ਹੋਈ। मैं किसी के पीछे ऐसे नहीं लग गया। ਮੈਂ ਕਿਸੇ ਦੇ ਪਿੱਛੇ ਐਦਾਂ ਹੀ ਨਹੀਂ ਲੱਗ ਗਿਆ। मैं कोई गरीब घर का भी नहीं था कि किसी ने मुझे बहका दिया। ਮੈਂ ਕੋਈ ਗਰੀਬ ਪਰਿਵਾਰ ਵਿੱਚੋਂ ਵੀ ਨਹੀਂ ਸੀ ਕਿ ਐਦਾਂ ਹੀ ਕਿਸੇ ਦੇ ਪਿੱਛੇ ਲੱਗ ਗਿਆ। मेरी फैमिली भी 3 भाई और है, मैं मिला के 4 भाई हैं। ਮੇਰੇ ਫੈਮਿਲੀ ਦੇ 3 ਭਰਾ ਹੋਰ ਨੇ, ਮੈਨੂੰ ਮਿਲਾ ਕੇ 4 ਨਹੀਂ। पता नहीं कितना अच्छे अमीर घर के वो लोग हैं। ਪਤਾ ਨਹੀਂ ਕਿੰਨੇ ਚੰਗੇ ਅਮੀਰ ਪਰਿਵਾਰ ਦੇ ਨੇ ਉਹ। जब परमेश्वर ने मुझे बता दिया सारी प्रॉपर्टी पापा को बोला मेरे भाइयों को बांट दो। ਜਦੋਂ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਬੁਲਾ ਲਿਆ ਤੇ ਮੈਂ ਪਾਪਾ ਜੀ ਨੂੰ ਕਿਹਾ ਕਿ ਸਾਰੀ ਪ੍ਰਾਪਰਟੀ ਜਿਹੜੀ ਮੇਰੇ ਹਿੱਸੇ ਦੀ ਮੇਰੇ ਭਰਾਵਾਂ ਵਿੱਚ ਵੰਡ ਦਿਓ। मुझे तो परमेश्वर ने लालच दिया नहीं आज तक। ਮੈਨੂੰ ਤਾਂ ਪ੍ਰਭੂ ਯਿਸੂ ਮਸੀਹ ਨੇ ਕੋਈ ਲਾਲਚ ਦਿੱਤਾ ਨਹੀਂ ਅੱਜ ਤੱਕ। जिस वचन को कितनी बार मैंने आज तक पढ़ा, ਇਸ ਵਚਨ ਨੂੰ ਮੈਂ ਪਤਾ ਨਹੀਂ ਅੱਜ ਤੱਕ ਕਿੰਨੀ ਵਾਰ ਪੜਿਆ। इसके बीच भी ईसाई शब्द भी नहीं। ਇਸ ਦੇ ਵਿੱਚ ਈਸਾਈ ਸ਼ਬਦ ਵੀ ਨਹੀਂ। एक चीज बदला है प्रभु यीशु ने। ਇੱਕ ਚੀਜ਼ ਬਦਲਿਆ ਪ੍ਰਭੂ ਯਿਸੂ ਨੇ। क्या बदला है? ਕੀ ਬਦਲਿਆ ਏ? दिल बदला है, ਦਿਲ ਬਦਲਿਆ ਏ, सोच बदली, ਸੋਚ ਬਦਲੀ ਹੈ, विचार बदले। ਵਿਚਾਰ ਬਦਲੇ ਨੇ। आज प्रभु परमेश्वर इस सेवा के लिए देश भी विदेश भी पतंगा लेकर जा। ਅੱਜ ਪ੍ਰਭੂ ਆਪਣੀ ਸੇਵਾ ਲਈ ਦੇਸ਼ ਵਿੱਚ ਵਿਦੇਸ਼ ਵਿੱਚ ਕਿਤੇ ਕਿਤੇ ਲੈ ਕੇ ਜਾਂਦਾ ਹੈ। कभी नहीं कहा बेटा तेरा धर्म बदल गया, ਕਦੇ ਨਹੀਂ ਕਿਹਾ ਕਿ ਬੇਟਾ ਤੇਰਾ ਧਰਮ ਬਦਲ ਗਿਆ। कभी नहीं कहा बेटा तेरे कपड़े बदल गए। ਕਦੇ ਵੀ ਨਹੀਂ ਕਿਹਾ ਕਿ ਬੇਟਾ ਤੇਰੇ ਕੱਪੜੇ ਬਦਲ ਗਏ। मैं
ਹਾਂ ਮੈਂ ਆਪਣੀ ਮਰਜ਼ੀ ਦੇ ਨਾਲ ਚਿੱਟੇ ਕੱਪੜੇ ਪਾਵਾਂ ਕੋਈ ਗੱਲ ਨਹੀਂ। देखो कितने अच्छे बच्चे लग रहे हैं। ਦੇਖੋ ਕਿੰਨੇ ਵਧੀਆ ਬੱਚੇ ਲੱਗ ਰਹੇ ਨੇ। आप अपनी मर्जी से फास्ट पहनो, फास्ट जैसा ये भगवा कपड़ा पहनो, जैसे मर्जी पहनो। ਤੁਸੀਂ ਆਪਣੀ ਮਰਜ਼ੀ ਦੇ ਨਾਲ ਚਿੱਟੇ ਕੱਪੜੇ ਪਾਓ, ਕੋਈ ਹੋਰ ਭਗਵਾ ਕੱਪੜਾ ਪਾਓ, ਕੋਈ ਗੱਲ ਨਹੀਂ। लेकिन प्रभु यीशु नहीं बदलता कपड़े, ਪਰ ਪ੍ਰਭੂ ਯਿਸੂ ਨਹੀਂ ਬਦਲਦਾ ਕਿਸੇ ਦੇ ਕੱਪੜੇ, वो सिर्फ दिल बदलता ਉਹ है। ਸਿਰਫ ਦਿਲ ਬਦਲਦਾ ਹੈ। लोग कहते हैं गलत फहमी रहती है, ये ईसाई है, ईसाई बना देते ਕਿੰਨੇ हैं। ਲੋਕਾਂ ਦੇ ਅੰਦਰ ਇਹ ਗਲਤਫਹਿਮੀ ਰਹਿੰਦੀ ਹੈ ਕਿ ਈਸਾਈ ਨੇ ਤੇ ਈਸਾਈ ਬਣਾਉਂਦੇ ਨੇ। वो भी सच्चाई को जान जाएंगे। ਜਿਸ ਦਿਨ ਉਹ ਵੀ ਇਸ ਸੱਚਾਈ ਨੂੰ ਜਾਣ ਜਾਣਗੇ, उस दिन पता लगेगा प्रभु यीशु है क्या। ਉਸ ਦਿਨ ਪਤਾ ਚੱਲੇਗਾ ਕਿ ਪ੍ਰਭੂ ਯਿਸੂ ਮਸੀਹ ਹੈ ਕੌਣ। हालेलुया। ਹਾਲੇਲੂਇਆ। जब तक मैं इस बाइबल को पढ़ा नहीं था, ਜਦ ਤੱਕ ਮੈਂ ਇਸ ਬਾਈਬਲ ਨੂੰ ਪੜ੍ਹਿਆ ਨਹੀਂ ਸੀ, आज से 32 साल पहले की बात बता। ਅੱਜ ਤੋਂ 32 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਹਾਂ, मेरे अंदर भी यही बात थी कि तुम ईसाई लोग हैं, धर्म बदलते रहते हैं। ਮੇਰੇ ਅੰਦਰ ਤਾਂ ਇਹੋ ਗੱਲ ਸੀ ਕਿ ਈਸਾਈ ਲੋਕ ਨੇ ਤੇ ਧਰਮ ਬਦਲਦੇ ਰਹਿੰਦੇ ਨੇ। एक दिन मेरी प्रिंसिपल की सीट पर जब मैं बैठा हुआ था, सीनियर सेकेंडरी स्कूल का मैं प्रिंसिपल था। ਜਦੋਂ ਮੈਂ ਹਰਿਆਣਾ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਸੀ, ਮੈਂ ਆਪਣੀ ਪ੍ਰਿੰਸੀਪਲ ਦੀ ਸੀਟ ਉੱਤੇ ਬੈਠਾ ਹੋਇਆ ਸੀ। प्रभु यीशु के सेवक लंबा सा क्रॉस पहन के मेरे स्कूल में आए। ਇੱਕ ਪ੍ਰਭੂ ਯਿਸੂ ਮਸੀਹ ਦੇ ਸੇਵਕ ਲੰਬਾ ਜਿਹਾ ਕ੍ਰੋਸ ਪਾ ਕੇ ਮੇਰੇ ਸਕੂਲ ਦੇ ਵਿੱਚ ਆਏ। उनका नाम था पास्टर पीसी थी। ਉਹਨਾਂ ਦਾ ਨਾਮ ਸੀ ਪਾਸਟਰ ਪੀਸੀ ਦੀਰ। जब क्रॉस बन गया, मेरे दिमाग में खटक गया, कोई ईसाई बंदा आ गया। ਤੇ ਜਦੋਂ ਉਹ ਮੇਰੇ ਸਕੂਲ ਦੇ ਵਿੱਚ ਆਏ ਤੇ ਮੇਰੇ ਦਿਮਾਗ ਵਿੱਚ ਕੱਟਣ ਲੱਗ ਗਿਆ ਕਿ ਇਹ ਈਸਾਈ ਬਣਾਉਣ ਦੇ ਲਈ ਮੈਨੂੰ ਵੀ ਆਏ ਨੇ। मैंने कहा हाँ जी बोलो कर जी, आपसे कुछ बात करनी है। ਮੈਂ ਕਿਹਾ ਕਿ ਹਾਂਜੀ। ਉਹ ਕਹਿਣ ਲੱਗੀ ਕਿ मैं ਤੁਹਾਡੇ ਨਾਲ ਕੁਝ ਗੱਲਬਾਤ ਕਰਨੀ ਹੈ। अब सब धर्म बदल जाए और क्या। ਮੈਂ ਕਿਹਾ ਕਿ ਬਸ ਤੁਸੀਂ ਧਰਮ ਬਦਲਣ ਲਈ ਆਏ ਹੋ, ਹੋਰ ਕੀ ਹੈ। तक मेरी सच्चाई को जाना तो था। ਤਦ ਤੱਕ ਮੈਂ ਇਸ ਸੱਚਾਈ ਨੂੰ ਜਾਣਿਆ ਤਾਂ ਸੀ ਨਹੀਂ। मैं उन पे थोड़ा गुस्सा हो गया। ਮੈਂ ਉਹਨਾਂ ਉੱਤੇ ਥੋੜਾ ਗੁੱਸਾ ਹੋ ਗਿਆ। बैठे नहीं, थोड़ी देर के बाद बाइबल मेरे टेबल पे रख के चले गए। ਉਹ ਬੈਠੇ ਰਹੇ, ਥੋੜੀ ਦੇਰ ਬਾਅਦ ਇੱਕ ਬਾਈਬਲ ਮੇਰੇ ਟੇਬਲ ਉੱਤੇ ਰੱਖ ਕੇ ਚਲੇ ਗਏ प्रिंसिपल साहब कभी समय मिले इसको पढ़ लिया कर, ਕਿ ਪ੍ਰਿੰਸੀਪਲ ਸਾਹਿਬ ਜਦੋਂ ਤੁਹਾਨੂੰ ਕਦੇ ਸਮੇਂ ਮਿਲੇ ਤੇ ਇਸ ਨੂੰ ਪੜ੍ਹ ਲਿਆ ਕਰੋ। इसको कभी कभी कुरान की तरह खोलता बंद कर ਤੇ दे। ਮੈਂ ਇਸ ਨੂੰ ਕਦੇ-ਕਦੇ ਕਿਤਾਬ ਦੀ ਤਰ੍ਹਾਂ, ਅਖਬਾਰ ਦੀ ਤਰ੍ਹਾਂ ਖੋਲਦਾ ਤੇ ਬੰਦ ਕਰ ਦਿੰਦਾ। एक दिन संडे का दिन ਇੱਕ ਦਿਨ ਇਤਵਾਰ ਦਾ ਦਿਨ ਸੀ, जिस दिन मैं फंस गया। ਜਿਸ ਦਿਨ ਮੈਂ ਫਸ ਗਿਆ। मेरे सामने जब बाइबल को खोला, ਮੈਂ ਜਦੋਂ ਮੇਰੇ ਸਾਹਮਣੇ ਬਾਈਬਲ ਪਈ ਸੀ, ਮੈਂ ਉਸ ਨੂੰ ਖੋਲਿਆ। एक वचन मेरे सामने ऐसा आया ਇੱਕ ਵਚਨ ਮੇਰੇ ਸਾਹਮਣੇ ਏਦਾਂ ਦਾ ਆਇਆ जो कि यूहन्ना 14 की 27 में लिखा। ਜਿਹੜਾ ਕਿ ਯੂਹन्ना 14 ਦੀ 27 ਵਿੱਚ लिखा उस वचन को पढ़ा, ਜਦੋਂ ਮੈਂ ਉਸ ਵਚਨ ਨੂੰ ਪੜ੍ਹਿਆ, प्रभु यीशु ने कहा मैं तुम्हें वो शांति देता ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਤੈਨੂੰ ਉਹ ਸ਼ਾਂਤੀ ਦੇਣਾ ਵਾ हूं, दुनिया नहीं दे सकती। ਜਿਹੜੀ ਦੁਨੀਆ ਤੈਨੂੰ ਨਹੀਂ ਦੇ ਸਕਦੀ। जब इस वचन को पढ़ा, अजीब प्रकार की शांति, ਜਦੋਂ ਮੈਂ ਇਸ ਵਚਨ ਨੂੰ ਪੜ੍ਹਿਆ, ਅਜੀਬ ਤਰ੍ਹਾਂ ਦੀ ਸ਼ਾਂਤੀ क्योंकि ਮੈਨੂੰ मैं ਆਈ, शांति की तलाश करता। ਕਿਉਂਕਿ ਮੈਂ ਸ਼ਾਂਤੀ ਦੀ ਖੋਜ ਕਰਿਆ ਕਰਦਾ ਸੀ। मैंने सोचा तो कुछ जादू की किताब है, ਮੈਂ ਸੋਚਿਆ ਕਿ ਕੋਈ ਜਾਦੂ ਦੀ ਕਿਤਾਬ ਹੈ। थोड़ा सा और पढ़ा, ਥੋੜਾ ਜਿਹਾ ਹੋਰ ਪੜਿਆ, और अच्छा लगा, ਹੋਰ ਚੰਗਾ ਲੱਗਿਆ। थोड़ा सा और पढ़ा, ਥੋੜਾ ਜਿਹਾ ਹੋਰ ਪੜਿਆ, और अच्छा लगा। ਹੋਰ ਚੰਗਾ ਲੱਗਿਆ। मैं सोचने लगा वो प्रभु के दास क्या कर रहे थे, कभी संडे चर्च में आना। ਮੈਂ ਸੋਚਿਆ ਕਿ ਉਹ ਪ੍ਰਭੂ ਦੇ ਦਾਸ ਕਹਿ ਕੇ ਗਏ ਸੀ ਕਦੇ ਸੰਡੇ ਚਰਚ ਵਿੱਚ ਆਣਾ। आज तो संडे है। ਮੈਂ ਕਿਹਾ ਕਿ ਅੱਜ ਤਾਂ ਇਤਵਾਰ ਹੈ। जब ये किताब पढ़ के इतना चंगा लग गया, ਜਦ ਮੈਨੂੰ ਇਹ ਕਿਤਾਬ ਪੜ੍ਹ ਕੇ ਇੰਨਾ ਚੰਗਾ ਲੱਗਿਆ, जब खुदा की चर्च में जाऊंगा तो कितना चंगा ਤੇ लगेगा। ਜਦੋਂ ਉੱਥੇ ਚਰਚ ਵਿੱਚ ਜਾਵਾਂਗਾ ਤੇ ਕਿੰਨਾ ਵਧੀਆ ਲੱਗੇਗਾ। चर्च में गया, मैं पीछे बैठा सत्संग अटेंड किया, ਚਰਚ ਵਿੱਚ ਗਿਆ ਤੇ ਪਿੱਛੇ ਬੈਠਿਆ ਤੇ सत्संग ਨੂੰ ਮੈਂ ਸੁਣਿਆ। 2 रुपये फटे हुए डाले, 2 ਰੁਪਏ ਫੱਟੇ ਹੋਏ ਪਾਏ मैं घर आ ਤੇ गया। ਮੈਂ ਘਰ ਆ ਗਿਆ। रात को सब सो गया, सुबह जब उठा, ਤੇ ਰਾਤ ਨੂੰ ਜਦੋਂ ਸੋ ਗਿਆ ਤੇ ਸਵੇਰੇ ਜਦੋਂ ਉੱਠਿਆ, अखबार के बीच में मेरे खिलाफ खबरें आ ਅਖਬਾਰ ਦੇ ਵਿੱਚ ਮੇਰੇ ਖਿਲਾਫ ਖਬਰ ਆ ਗਈ ईसाई बन गया, चर्च में जाने लग गया। ਕਿ ਫਲਾਣਾ ਜਿਹੜਾ ਪ੍ਰਿੰਸੀਪਲ ਹੈ ਸਕੂਲ ਦਾ, ਉਹ ਈਸਾਈ ਬਣ ਗਿਆ, ਚਰਚ ਜਾਣ ਲੱਗ ਪਿਆ। जब बच्चों को डालो, तुम्हारे बच्चों को ईसाई बना दो। ਆਪਣੇ ਬੱਚਿਆਂ ਨੂੰ ਸਕੂਲ ਵਿੱਚੋਂ ਹਟਾ ਲਓ, ਸਭ ਨੂੰ ਈਸਾਈ ਬਣਾ ਦੇਵੇਗਾ। मैं तो घबराहट आ गया, ਮੈਂ ਤਾਂ ਘਬਰਾ ਜਾ ਗਿਆ। मैं कहा गलत हो गया ਮੈਂ काम, ਕਿਹਾ ਤਾਂ ਕੰਮ ਗਲਤ ਹੋ ਗਿਆ, मैं कहा तो गलत काम कर ਮੈਂ ਤਾਂ दिया। ਗਲਤ ਕੰਮ ਕਰ ਦਿੱਤਾ। मैंने सब कुछ छोड़ दिया। ਮੈਂ ਸਾਰਾ ਕੁਝ ਛੱਡ ਦਿੱਤਾ। There is no God in this world, ਮੈਂ ਕਹਿਣ ਲੱਗਾ ਕਿ ਸੰਸਾਰ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। no power in this world। ਮੈਂ ਇਸ ਸੰਸਾਰ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈ। नास्तिक सा बन ਮੈਂ गया। ਨਾਸਤਿਕ ਜਿਹਾ ਬਣ ਗਿਆ। जब मैं ऐसे कहा करता था, ਜਦੋਂ ਮੈਂ ਏਦਾਂ ਕਿਆ ਕਰਦਾ ਸੀ, एक दिन रात को जब मेरे कमरे में रोशनी चमकी बड़ी, ਇੱਕ ਦਿਨ ਰਾਤ ਨੂੰ ਮੇਰੇ ਕਮਰੇ ਵਿੱਚ ਰੋਸ਼ਨੀ ਜੀ ਚਮਕੀ। उसके बीच में से आवाज ਉਸ ਦੇ ਵਿੱਚ ਮੈਨੂੰ ਆਵਾਜ਼ ਸੁਣਾਈ ਦਿੱਤੀ My son, I मेरे- have chosen you। ਕਿ ਮੇਰੇ ਬੇਟੇ ਮੈਂ ਤੈਨੂੰ ਚੁਣਿਆ ਹੈ। And you say there is no God। ਤੇ ਤੂੰ ਕਹਿ ਰਿਹਾ ਕਿ ਕੋਈ ਵੀ ਪਰਮੇਸ਼ਵਰ ਨਹੀਂ ਹੈ। मैं कहा प्रभु जी जब से आपके घर में गया, ਮੈਂ ਕਿਹਾ ਕਿ ਪ੍ਰਭੂ ਜੀ ਜਦ ਤੋਂ ਮੈਂ ਤੁਹਾਡੇ ਘਰ ਵਿੱਚ ਗਿਆ, ये देखो अखबार में मुझे खिलाफ कितनी खबरें। ਆ ਦੇਖੋ ਅਖਬਾਰ ਵਿੱਚ ਮੇਰੇ ਖਿਲਾਫ ਕਿਹਦੀ ਖਬਰ ਆ ਗਈ। मैं तो ऐसे फेल हो जाऊंगा। ਮੈਂ ਤਾਂ ਏਦਾਂ ਫੇਲ ਹੋ ਜਾਵਾਂਗਾ। उस आवाज के बीच, उस रोशनी के बीच में एक आवाज तो आ रही थी, पर परमेश्वर दिखाई नहीं दे। ਉਸ ਰੋਸ਼ਨੀ ਦੇ ਵਿੱਚੋਂ
ਆਵਾਜ਼ ਤਾਂ ਆ ਰਹੀ ਸੀ ਪਰ ਕੋਈ ਦਿਖਾਈ ਨਹੀਂ ਦੇ ਰਿਹਾ ਸੀ। पूछा आप कौन बोल रहे हैं? ਮੈਂ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ? उसने कहा जिसके घर में तू गया था मैं मुक्ति दाता। ਉਸ ਆਵਾਜ਼ ਨੇ ਮੈਨੂੰ ਕਿਹਾ ਕਿ ਜਿਸ ਘਰ ਵਿੱਚ ਤੂੰ ਗਿਆ ਸੀ ਮੈਂ ਪ੍ਰਭੂ ਯਿਸੂ ਮਸੀਹ ਜਗ ਦਾ ਮੁਕਤੀ ਦਾਤਾ। प्रभु यीशु ने फिर कहा तू सारा बोझ मुझ पर डाल दे, ਪ੍ਰਭੂ ਯਿਸੂ ਨੇ ਫਿਰ ਮੈਨੂੰ ਕਿਹਾ ਕਿ ਆਪਣਾ ਸਾਰਾ ਬੋਝ ਮੇਰੇ ਉੱਤੇ ਪਾ ਦੇ, सब कुछ ठीक कर ਮੈਂ दूंगा। ਸਾਰਾ कुछ ठीक कर ਦਵਾਂਗਾ। प्रभु मैं आपको छोड़ना नहीं चाहता। ਮੈਂ ਕਿਹਾ ਕਿ ਪ੍ਰਭੂ ਜੀ ਮੈਂ ਤੁਹਾਨੂੰ ਛੱਡਣਾ ਨਹੀਂ ਚਾਹੁੰਦਾ। मुझे आपका वचन पढ़कर इतना अच्छा लगा, ਮੈਨੂੰ ਤੁਹਾਡਾ ਇਹ ਕਿਤਾਬ ਪੜ੍ਹ ਕੇ ਇੰਨਾ ਚੰਗਾ ਲੱਗਿਆ। आपको छोड़ना नहीं ਮੈਂ चाहता, ਤੁਹਾਨੂੰ ਛੱਡਣਾ ਨਹੀਂ ਚਾਹੁੰਦਾ लेकिन मुझे ताकत दो बस, ਪਰ ਮੈਨੂੰ ਤਾਕਤ ਦਿਓ ਬਸ। ऐसी ताकत बख्शो ਏਦਾਂ ਦੀ ਤਾਕਤ ਬਖਸ਼ੋ कि मैं किसी का भी मुकाबला कर सकूं। ਕਿ मैं ਕਿਸੇ ਦਾ ਵੀ ਮੁਕਾਬਲਾ ਕਰ ਸਕਾਂ। प्रभु यीशु ने कहा कल से तेरे को एक अजीब प्रकार की ताकत दूंगा। ਪ੍ਰਭੂ ਯਿਸੂ ਨੇ ਕਿਹਾ ਕਿ ਕੱਲ ਤੋਂ ਮੈਂ ਤੈਨੂੰ ਅਜੀਬ ਤਰ੍ਹਾਂ ਦੀ ਤਾਕਤ ਬਖਸ਼ਾਂਗਾ। जिस दिन प्रभु जी मुझे पवित्र आत्मा के सामर्थ्य से भर दे, ਅਗਲੇ ਦਿਨ ਤੋਂ ਪਰਮੇਸ਼ਰ ਮੈਨੂੰ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਭਰ ਦਿੱਤਾ। तक आपके अंदर पवित्र आत्मा का अभिषेक काम नहीं करेगा। जब तक ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਅਭਿਸ਼ੇਕ ਕੰਮ ਨਹੀਂ ਕਰੇਗਾ, आप डरोगे, घबराओगे, गवाही देने से प्रचार करने ਤੁਸੀਂ ਡਰੋਗੇ, ਘਬਰਾਓਗੇ, ਗਵਾਹੀ ਦੇਣ ਤੋਂ, ਪ੍ਰਚਾਰ ਕਰਨ ਤੋਂ ਤੁਸੀਂ से ਡਰੋਗੇ। मेरे को पवित्र आत्मा का अभिषेक आ गया। ਜਦੋਂ ਮੇਰੇ ਅੰਦਰ ਉਹ ਪਵਿੱਤਰ आत्मा ਦਾ ਅਭਿਸ਼ੇਕ ਆ ਗਿਆ, लोग फिर भी मुझे कहते तू धर्म बदला, तू ईसाई बन गया, तू ये हो गया। ਲੋਕ ਫਿਰ ਵੀ ਮੈਨੂੰ ਮਿਲਦੇ, ਮੈਨੂੰ ਕਹਿੰਦੇ ਕਿ ਤੁਸੀਂ ਈਸਾਈ ਬਣ ਗਏ, ਤੁਸੀਂ ਧਰਮ ਬਦਲਿਆ, ਤੁਸੀਂ ਇਹ ਕਰ ਲਿਆ, ਤੁਸੀਂ ਉਹ ਕਰ ਲਿਆ, आप तो पढ़े लिखे पागल हो गए। ਤੁਸੀਂ ਤਾਂ ਪੜ੍ਹੇ ਲਿਖੇ ਪਾਗਲ ਹੋ ਗਏ। कहते पागल सही, ਮੈਂ ਕਿਹਾ ਕਿ ਮੈਂ ਪਾਗਲ ਹੀ ਸਹੀ, पीछा छोड़ो, ਪਰ ਤੁਸੀਂ ਮੇਰਾ ਪਿੱਛਾ ਛੱਡੋ इसके पीछा हटाना हटा लो। ਤੇ ਤੁਸੀਂ ਜਿੱਦੇ ਆਪਣਾ ਬੱਚਾ ਹਟਾਣਾ ਹੈ, ਸਕੂਲ ਵਿੱਚੋਂ ਹਟਾ ਲਓ। जब वो शक्ति आ जाती है, ਜਦੋਂ ਸ਼ਕਤੀ ਆ ਜਾਂਦੀ ਹੈ, जब होली स्पिरिट की पावर आ जाती है, ਜਦੋਂ ਹੋਲੀ ਸਪਿਰਿਟ ਦੀ ਪਾਵਰ ਆ ਜਾਂਦੀ ਹੈ, दुनिया की चीजें फीकी पड़ जाती ਤਦ है। ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਫਿੱਕੀਆਂ ਲੱਗਣ ਲੱਗ ਜਾਂਦੀਆਂ। कुछ दिनों के बाद वो लोग सब पीछे हट गए, ਕੁਝ ਦਿਨ ਦੇ ਬਾਅਦ ਉਹ ਲੋਕ ਸਾਰੇ ਪਿੱਛੇ ਹਟ ਗਏ। या तो लोग आपको पीछे कर देंगे ਜਾਂ ਤਾਂ ਲੋਕ ਤੁਹਾਨੂੰ ਪਿੱਛੇ ਕਰ ਦੇਣਗੇ या खुद पीछे हट ਜਾਂ जाएंगे। ਖੁਦ ਪਿੱਛੇ ਹਟ ਜਾਣਗੇ। ये कम तो होगा। ਇੱਕ ਕੰਮ ਤਾਂ ਹੋਵੇਗਾ। कुछ दिन के बाद वो लोग पीछे हट गए। ਕੁਝ ਦਿਨ ਦੇ ਬਾਅਦ ਉਹ ਲੋਕ ਪਿੱਛੇ ਹਟ ਗਏ। एक दिन प्रभु यीशु मसीह ने मुझे कहा बेटा मुझे तेरे से एक काम है। ਫਿਰ ਪ੍ਰਭੂ ਯਿਸੂ ਮਸੀਹ ਨੇ ਇੱਕ ਦਿਨ ਮੈਨੂੰ ਕਿਹਾ ਕਿ ਬੇਟਾ ਮੈਨੂੰ ਤੇਰੇ ਤੋਂ ਇੱਕ ਕੰਮ ਹੈ। मैंने सोचा प्रभु यीशु मेरे स्कूल में बढ़ोतरी करेंगे, मैं मेरे सोच- तगड़ी पोस्ट पर लेकर जाएंगे। ਮੈਂ ਸੋਚਿਆ ਕਿ ਪ੍ਰਭੂ ਯਿਸੂ ਮਸੀਹ ਮੇਰੀ बढ़ोतरी ਕਰਨਗੇ, ਤਰੱਕੀ ਕਰਨਗੇ, ਮੈਨੂੰ ਹੋਰ ਵਧੀਆ ਸਕੂਲ ਵਿੱਚ ਲੈ ਕੇ ਜਾਣਗੇ। प्रभु यीशु ने कहा प्रभु जी बोलो क्या काम? ਮੈਂ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਬੋਲੋ ਕੀ ਕੰਮ। प्रभु ने कहा मेरी सेवा कर। ਪ੍ਰਭੂ ਯਿਸੂ ने ਕਿਹਾ ਕਿ ਮੇਰੀ सेवा कर। कहा प्रभु जी ये तो बहुत मुश्किल मैं है, ਕਿਹਾ ਕਿ ਪ੍ਰਭੂ ਜੀ ਇਹ ਤਾਂ ਬਹੁਤ ਮੁਸ਼ਕਿਲ ਹੈ। कितने से भूखे मरते ਤੁਹਾਡੇ ਕਿੰਨੇ ਸੇਵਕ ਭੁੱਖੇ ਰਹਿੰਦੇ ਨੇ। हैं, जिसको मैं बुलाता हूं उसको भूखा नहीं मरने ਪ੍ਰਭੂ देता। ਯਿਸੂ ਨੇ ਕਿਹਾ ਕਿ ਜਿਹਨੂੰ ਮੈਂ ਬੁਲਾਣਾ ਵਾ ਉਹਨੂੰ ਮੈਂ ਭੁੱਖਾ ਨਹੀਂ ਰਹਿਣ ਦਿੰਦਾ। प्रभु ने कहा मेरा काम कर। ਪ੍ਰਭੂ ਨੇ ਕਿਹਾ ਕਿ ਮੇਰਾ ਕੰਮ ਕਰ। 30 साल पहले 29 ਸਾਲ ਪਹਿਲਾਂ प्रभु मुझे बहुत अच्छे से लुधियाना की आप किसी का भी लोग जानते हैं पास्टर है जी मसीह उनके पास ले आए। 29 ਸਾਲ ਪਹਿਲਾਂ ਮੈਨੂੰ ਲੁਧਿਆਣੇ ਦੇ ਵਿੱਚ ਬਹੁਤ ਹੀ ਚੰਗੇ ਰਹਿਣ ਵਾਲੇ ਪ੍ਰਭੂ ਦੇ ਦਾਸ ਪਾਸਟਰ ਐਰਿਕ ਮਸੀਹ, ਤੁਸੀਂ ਸ਼ਾਇਦ ਕੁਝ ਲੋਕ ਜਾਣਦੇ ਵੀ ਹੋਗੇ, ਉਹਨਾਂ ਦੇ ਕੋਲ ਲੈ ਆਇਆ। 2 साल तक उनके पास रहा, 2 ਸਾਲ ਤੱਕ ਉਹਨਾਂ ਦੇ ਕੋਲੇ बहुत कुछ सिखाया। ਬਹੁਤ ਕੁਝ ਉਹਨਾਂ ਨੇ ਸਿਖਾਇਆ। उनके आशीर्वाद से प्रभु की कृपा से प्रभु ने मुझे अलग से सिखाई। ਫਿਰ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੇ ਪਰਮੇਸ਼ਰ ਦੀ ਕਿਰਪਾ ਨੇ ਅਲੱਗ ਤੋਂ ਸਿਖਾਈ ਦਿੱਤੀ। 30 सालों की बेटी मिठाई की जगह पे रहते थे, प्रभु ने अपना घर बना कर दिया। ਸੋ 29 ਸਾਲ ਹੋ ਗਏ। ਪਹਿਲਾਂ ਸ਼ੁਰੂ ਤੋਂ ਕਿਰਾਏ ਦੇ ਘਰ ਵਿੱਚ ਜਾਂਦੇ ਸੀ, ਉਸ ਤੋਂ ਬਾਅਦ ਪਰਮੇਸ਼ਰ ਨੇ ਆਪਣਾ ਘਰ ਬਣਾ ਕੇ ਦਿੱਤਾ। तब से लेकर प्रभु आज तक 30 भी अपने काम के लिए लेकर ਤਦ ਤੋਂ ਲੈ ਕੇ ਪਰਮੇਸ਼ਰ ਦੇਸ਼ ਵਿੱਚ ਵਿਦੇਸ਼ ਵਿੱਚ ਆਪਣੇ ਕੰਮ ਲਈ ਲੈ ਕੇ ਜਾਂਦੇ। 30 साल बेटी मुझे प्रभु जी पाप की गुलामी से आजाद। ਸੋ 32 ਸਾਲ ਪਹਿਲਾਂ ਪਰਮੇਸ਼ਰ ਮੈਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ। यीशु मसीह जो 2022 साल पहले इस जमीन पर आए थे, ਜਦੋਂ ਪ੍ਰਭੂ ਯਿਸੂ ਮਸੀਹ ਆਏ ਤੋਂ 2022 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਸੀ। की गुलामी से आजाद करने आए। ਪਾਪ ਦੀ ਗੁਲਾਮੀ ਤੋਂ ਲੋਕਾਂ ਨੂੰ ਆਜ਼ਾਦ ਕਰਨ ਦੇ ਲਈ ਆਏ ਸੀ। का 15 ਅਸੀਂ ਇੱਕ ਵਚਨ ਪੜਾਂਗੇ, ਪਹਿਲਾ ਤਿਮੋਥਿਉਸ 1 ਅਧਿਆਇ ਉਹਦੀ 15। ये बात सच है और हर प्रकार से मानने के योग्य है कि मसीह यीशु पापियों का उद्धार करने के लिए जगत में आया। यीशु किस लिए जगत में आए थे? ਮਸੀਹ ਯਿਸੂ ਕਿਸ ਲਈ ਸੰਸਾਰ ਵਿੱਚ ਆਏ ਸੀ? लोगों का धर्म बदलने। ਲੋਕਾਂ ਦਾ ਧਰਮ ਬਦਲਣ ਦੇ ਲਈ। इसे लिखा है, ਏਦਾਂ ਲਿਖਿਆ ਹੈ। पीछे पढ़ो किस लिए आए थे? ये बात सच और हर प्रकार से मानने के योग्य है कि मसीह यीशु पापियों का उद्धार करने के लिए जगत में आया। पापियों का उद्धार करने के लिए जगत में आया, ਪਾਪੀਆਂ ਦਾ ਉद्धार ਕਰਨ ਦੇ ਲਈ ਸੰਸਾਰ ਦੇ ਵਿੱਚ ਆਏ। और किसी काम के लिए नहीं आए। ਹੋਰ ਕਿਸੇ ਕੰਮ ਦੇ ਲਈ ਨਹੀਂ ਆਏ। और उसी में भी सोचो
मसीह ਜਿਹੜੇ 33.5 ਸਾਲ ਤੱਕ ਇਸ ਧਰਤੀ ਉੱਤੇ ਰਹੇ उसके बाद क्रॉस पे चढ़ाए गए, ਉਸ ਤੋਂ ਬਾਅਦ ਕ੍ਰੋਸ ਤੇ ਚੜਾਏ ਗਏ पवित्र खून बहाया, ਪਵਿੱਤਰ ਖੂਨ ਉਹਨਾਂ ਨੇ ਬਹਾਇਆ गाड़े गए, ਮਾਰੇ ਗਏ ਤੇ ਗਾੜੇ ਗਏ तीसरे दिन मुर्दों में से ਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ जी उठे, ਜੀ ਉੱਠੇ अपने चेलों को 40 दिन तक दिखाई देते। ਤੇ ਆਪਣੇ ਚੇਲਿਆਂ ਨੂੰ 40 ਦਿਨਾਂ ਤੱਕ ਦਿਖਾਈ ਦਿੰਦੇ ਰਹੇ इस्राएल देश की जैतून पर्वत पर से जीते जी ऊपर उठा लिए गए। ਇਜ਼ਰਾਈਲ ਦੇਸ਼ ਦੇ ਜੈਤੂਨ ਪਹਾੜ ਤੇ ਜਿੰਦੇ ਜੀ ਸਵਰਗ ਨੂੰ ਉਠਾ ਲਿੱਤੇ ਗਏ भविष्यवाणी हुई, ਤੇ ਇੱਕ ਭਵਿੱਖਬਾਣੀ ਹੋਈ जैसे तुम मनुष्य के पुत्र को ऊपर जाते देख रहे हो, ਜਿੱਦਾਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਤੇ ਜਾਂਦੇ ਹੋਏ ਦੇਖ ਰਹੇ ਹੋ एक दिन तुम उसे फिर नीचे आते देखो। ਇੱਕ ਦਿਨ ਇਸੇ ਤਰ੍ਹਾਂ ਤੁਸੀਂ ਫਿਰ ਇਸ ਨੂੰ ਨੀਚੇ ਆਂਦੇ ਹੋਏ ਦੇਖੋਗੇ हालेलुया। ਹਾਲੇਲੂਇਆ अगर पहला यूहन्ना 1:7 में पढ़े, ਜੇਕਰ ਪਹਿਲਾ ਯੂਹन्ना 1:7 ਵਿੱਚ ਪੜ੍ਹੀਏ पहला यूहन्ना 1:7, पढ़ दीजिए, आप पढ़ दो। पर यदि जैसा वह ज्योति में है वैसा ही हम भी ज्योति में चलें तो एक दूसरे से सहभागिता रखते हैं और उसके पुत्र यीशु का लहू हमें सब पापों से शुद्ध करता है। उसके पुत्र यीशु का लहू, ਉਸ ਦੇ ਪੁੱਤਰ ਯਿਸੂ ਦਾ ਲਹੂ किसके पुत्र? ਕਿਸ ਦੇ ਪੁੱਤਰ परमेश्वर के पुत्र ਪਰਮੇਸ਼ਰ ਦੇ ਪੁੱਤਰ यीशु का लहू ਯਿਸੂ ਦਾ ਲਹੂ अभी सब पापों से ਸਾਨੂੰ ਸਾਰਿਆਂ ਪਾਪਾਂ ਤੋਂ क्या करता है? ਕੀ ਕਰਦਾ ਏ अच्छा, ਆਜ਼ਾਦ ਕਰਦਾ ਏ हालेलुया। ਹਾਲੇਲੂਇਆ उसके पुत्र यीशु का लहू हमें सारे पापों से क्या करता है? ਉਸ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਨੂੰ ਸਾਰਿਆਂ ਪਾਪਾਂ ਤੋਂ ਕੀ ਕਰਦਾ ਏ अच्छा, ਆਜ਼ਾਦ ਕਰਦਾ ਏ हालेलुया। ਹਾਲੇਲੂਇਆ तो क्या हमें एक और आजादी नहीं चाहिए? ਤੇ ਕੀ ਸਾਨੂੰ ਇੱਕ ਹੋਰ ਆਜ਼ਾਦੀ ਨਹੀਂ ਚਾਹੀਦੀ बताओ, ਦੱਸੋ कितने लोग कहते हैं एक और आजादी चाहिए? ਕਿੰਨੇ ਲੋਕ ਕਹਿੰਦੇ ਨੇ ਕਿ ਇੱਕ ਹੋਰ ਆਜ਼ਾਦੀ ਸਾਨੂੰ ਚਾਹੀਦੀ ਹੈ बताओ, ਦੱਸੋ कोई भी नहीं कहता। ਕੋਈ ਵੀ ਨਹੀਂ ਚਾਹੁੰਦਾ कितने लोग कहते हैं कि एक और आजादी चाहिए? ਕਿੰਨੇ ਲੋਕ ਤੁਹਾਡੇ ਵਿੱਚੋਂ ਕਹਿੰਦੇ ਕਿ ਇੱਕ ਹੋਰ ਆਜ਼ਾਦੀ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਸਾਡੇ ਸ਼ਹਿਰ ਨੂੰ ਸਾਡੇ ਪਿੰਡ ਨੂੰ ਚਾਹੀਦੀ ਹੈ हो सकता है आपको आजादी नहीं चाहिए, दूसरों को आजादी तो ਹੋ चाहिए, ਸਕਦਾ ਤੁਹਾਨੂੰ ਖੁਦ ਨੂੰ ਆਜ਼ਾਦੀ ਨਹੀਂ ਚਾਹੀਦੀ ਪਰ ਤੁਹਾਡੇ ਪੜੋਸੀਆਂ ਨੂੰ ਆਜ਼ਾਦੀ ਚਾਹੀਦੀ ਹੈ पिंड को आजादी ਤੁਹਾਡੇ ਪਿੰਡ ਨੂੰ ਆਜ਼ਾਦੀ ਚਾਹੀਦੀ ਹੈ चाहिए, शहर को आजादी ਤੁਹਾਡੇ चाहिए, ਸ਼ਹਿਰ ਨੂੰ ਆਜ਼ਾਦੀ ਚਾਹੀਦੀ ਹੈ पंजाब को आजादी ਸਾਡੇ ਪੰਜਾਬ ਨੂੰ ਆਜ਼ਾਦੀ ਚਾਹੀਦੀ ਹੈ चाहिए, पंजाब को नशे से आजादी चाहिए। ਕਿੰਨੇ ਲੋਕ ਕਹਿੰਦੇ ਨੇ ਕਿ ਸਾਡੇ ਪੰਜਾਬ ਨੂੰ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ हाथ खड़ा करो। ਹੱਥ ਖੜਾ ਕਰੋ ठीक है, कितने लोग कहते हैं हमारे देश को नशे से आजादी चाहिए? ਕਿੰਨੇ ਲੋਕ ਕਹਿੰਦੇ ਨੇ ਕਿ ਸਾਡੇ ਦੇਸ਼ ਨੂੰ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ वाह, शाबाश, ਹਾਲੇਲੂਇਆ हालेलुया। ਹਾਲੇਲੂਇਆ उसके पुत्र यीशु का लहू हमें सब पापों से ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰਿਆਂ ਪਾਪਾਂ ਤੋਂ आजाद कर, ਆਜ਼ਾਦ ਕਰਦਾ ਹੈ केवल उसका पुत्र यीशु का लहू। ਸਿਰਫ ਉਸ ਦੇ ਪੁੱਤਰ ਯਿਸੂ ਦਾ ਲਹੂ अच्छा, आप बता सकते हैं सबसे पहले इंसान पाप की गुलामी में कब पड़ा? ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਪਹਿਲਾਂ ਇਨਸਾਨ ਜਿਹੜਾ ਕਿ ਪਾਪ ਦੀ ਗੁਲਾਮੀ 'ਚ ਕਦੋਂ ਪਿਆ बता सकते हैं? ਦੱਸ ਸਕਦੇ ਹੋ सबसे पहले इंसान पाप की गुलामी में कब पड़ा? ਸਭ ਤੋਂ ਪਹਿਲਾਂ ਇਨਸਾਨ ਜਿਹੜਾ ਕਿ ਪਾਪ ਦੀ ਗੁਲਾਮੀ ਤੋਂ ਕਿੱਦਾਂ ਪਿਆ ਪਾਪ ਦੀ ਗੁਲਾਮੀ ਵਿੱਚ ਕਿੱਦਾਂ ਪਿਆ कब पड़ा? ਕਦੋਂ ਪਿਆ बता सकते हैं? ਦੱਸ ਸਕਦੇ ਹੋ आदम के बाग में ਅਦਮ ਦੇ ਬਾਗ ਵਿੱਚ जब हवा ने उस फल को तोड़कर खा लिया जिसके लिए परमेश्वर ने मना किया, ਜਦੋਂ ਹਵਾ ਨੇ ਉਸ ਫਲ ਨੂੰ ਤੋੜ ਕੇ ਖਾ ਲਿੱਤਾ ਜਿਸ ਦੇ ਲਈ ਪਰਮੇਸ਼ਰ ने ਉਹਨਾਂ ਨੂੰ ਮਨਾ ਕੀਤਾ ਸੀ हवा ने भी फल खा लिया, अपनी साई को भी आदम को भी फल खिला दिया। ਹਵਾ ਨੇ ਵੀ ਫਲ ਖਾ ਲਿਆ ਤੇ ਆਪਣੇ ਪਤੀ ਆਦਮ ਨੂੰ ਵੀ ਖਿਲਾ ਦਿੱਤਾ पाप की गुलामी भी सबसे पहला आदम पड़ा। ਤੇ ਤਦ ਪਾਪ ਦੀ ਗੁਲਾਮੀ ਸਭ ਤੋਂ ਪਹਿਲਾਂ ਆਦਮ ਤੇ ਹਵਾ ਪਾਏ अच्छा, एक और बड़ी अच्छी बात आपको पूछना चाहता हूँ ਇੱਕ ਹੋਰ ਬੜੀ ਚੰਗੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਵਾਂ कि 3 लोगों का जन्म पाप के द्वारा नहीं हुआ। ਕਿੰਨਾ ਤਿੰਨ ਲੋਕਾਂ ਦਾ ਜਨਮ ਜਿਹੜਾ ਕਿ ਪਾਪ ਦੇ ਦੁਆਰਾ ਨਹੀਂ ਹੋਇਆ वैसे तो बाइबल कहती है मनुष्य जन्म से पापी, ਵੈਸੇ ਤਾਂ ਬਾਈਬਲ ਕਹਿੰਦੀ ਹੈ ਕਿ ਇਨਸਾਨ ਜਿਹੜਾ ਕਿ ਜਨਮ ਤੋਂ ਹੀ ਪਾਪੀ ਹੈ लेकिन 3 लोग ऐसे हैं जिनका जन्म पाप के द्वारा ਪਰ नहीं ਤਿੰਨ ਲੋਕ ਐਦਾਂ ਦੇ ਨੇ ਜਿਨ੍ਹਾਂ ਦਾ ਜਨਮ ਪਾਪ ਦੇ ਦੁਆਰਾ ਨਹੀਂ ਹੋਇਆ हुआ। बता सकते हो कौन कौन है? ਦੱਸ ਸਕਦੇ ਹੋ ਕੌਣ ਕੌਣ सबसे पहला आदम, ਸਭ ਤੋਂ ਪਹਿਲਾਂ ਆਦਮ उसको परमेश्वर ने खुद जमीन की मिट्टी से बनाया। ਪਰਮੇਸ਼ਰ ਨੇ ਉਸ ਨੂੰ ਖੁਦ ਜ਼ਮੀਨ ਦੀ ਮਿੱਟੀ ਦੇ ਨਾਲ ਬਣਾਇਆ दूसरा ਦੂਸਰਾ हवा, ਹਵਾ परमेश्वर ने आदम में से मछली निकाली, ਪਰਮੇਸ਼ਰ ਨੇ ਆਦਮ ਦੇ ਵਿੱਚੋਂ ਪਸਲੀ ਕੱਢੀ उससे हवा बनाई, ਤੇ ਉਸ ਤੋਂ ਹਵਾ ਬਣਾ ਦਿੱਤੀ उसके बीच में भी पाप का प्रयोग नहीं
ਉਸ ਦੇ ਵਿੱਚ ਵੀ ਪਾਪ ਦਾ ਇਸਤੇਮਾਲ ਨਹੀਂ। तीसरा इंसान कौन ਤੇ है? ਤੀਸਰਾ ਇਨਸਾਨ ਕੌਣ ਹੈ? प्रभु यीशु। ਪ੍ਰਭु ਯਿਸੂ ਮਸੀਹ। कौन है? ਹਾਲੇਲੂਇਆ। कौन है तीसरा? ਤੀਸਰਾ ਪ੍ਰਭु ਯਿਸੂ ਮਸੀਹ। उसका जन्म भी पाप के द्वारा, ਉਸ ਦਾ ਜਨਮ ਵੀ ਪਾਪ ਦੇ ਦੁਆਰਾ ਨਹੀਂ ਹੋਇਆ, कुमारी मरियम की कोख से हुआ। ਕੁਆਰੀ ਮਰੀਮ ਦੀ ਕੋਖ ਤੋਂ ਹੋਇਆ। कुमारी मरियम पवित्र आत्मा के द्वारा गर्भ, ਤੇ ਕੁਆਰੀ ਮਰੀਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੋਈ। तीन लोगों का जन्म पाप के द्वारा नहीं हुआ। ਤਿੰਨ ਲੋਕਾਂ ਦਾ ਜਨਮ ਪਾਪ ਦੇ ਨਾਲ ਨਹੀਂ ਹੋਇਆ। हालेलुया। ਹਾਲੇਲੂਇਆ। ये और आजादी नहीं ਤੇ चाहिए? ਕੀ ਇੱਕ ਹੋਰ ਆਜ਼ਾਦੀ ਨਹੀਂ ਚਾਹੀਦੀ? बताओ, ਦੱਸੋ। चाहिए ना? ਚਾਹੀਦੀ ਨਾ? चाहिए ना? ਚਾਹੀਦੀ ਨਾ? कोई कहता है पंजाब को आजाद करो, कोई कहता है खालिस्तान को आजाद करो, ਕੋਈ ਕਹਿੰਦਾ ਪੰਜਾਬ ਨੂੰ ਆਜ਼ਾਦ ਕਰੋ, ਕੋਈ ਕਹਿੰਦਾ ਖਾਲਿਸਤਾਨ ਨੂੰ ਆਜ਼ਾਦ ਕਰੋ, कोई कहता है मोदी सरकार से आजाद करो। ਕੋਈ ਕਹਿੰਦਾ ਮੋਦੀ ਸਰਕਾਰ ਤੋਂ ਆਜ਼ਾਦ ਕਰੋ। कहता हूँ पूरे देश को पहले पाप से तो आजाद कर लो। ਮੈਂ ਕਹਿੰਦਾ ਕਿ ਪੂਰੇ ਦੇਸ਼ ਨੂੰ ਪਹਿਲਾਂ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰੋ। जब पाप की गुलामी से हम आजाद हो गए, ਜਦੋਂ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ, वो जीवन अलग प्रकार का होगा। ਉਹ ਜੀਵਨ ਇੱਕ ਅਲੱਗ ਹੀ ਤਰ੍ਹਾਂ ਦਾ ਹੋਵੇਗਾ। राष्ट्र जब मिस्र की गुलामी में थे, ਇਜ਼ਰਾਈਲੀ ਜਦੋਂ ਮਿਸਰ ਦੀ ਗੁਲਾਮੀ ਦੇ ਵਿੱਚ ਸੀ, कितने तंग रहते थे। ਕਿੰਨੇ ਉਹ ਤੰਗ ਰਹਿੰਦੇ ਸੀ। जब मूसा ने उनको जाके वचन सुनाया, ਜਦੋਂ ਮੂਸਾ ਨੇ ਉਹਨਾਂ ਨੂੰ ਜਾ ਕੇ ਪਰਮੇਸ਼ਵਰ ਬਾਰੇ ਦੱਸਿਆ, उनको मिस्र से बाहर निकाल के लाया, ਉਹਨਾਂ ਨੂੰ ਮਿਸਰ ਤੋਂ ਆਜ਼ਾਦ ਕਰਵਾ ਲਿੱਤਾ, मिस्र से बाहर निकाल के ਮਿਸਰ लाया। ਦੀ ਗੁਲਾਮੀ ਤੋਂ ਬਾਹਰ ਕਰਵਾ ਕੇ ਲੈ ਕੇ ਆਇਆ। वो लोग गुलामी से आजाद हो गए। ਉਹ ਲੋਕ ਉਸ ਗੁਲਾਮੀ ਤੋਂ ਆਜ਼ਾਦ ਹੋ ਗਏ। जब 12 साल की रोगी स्त्री ने प्रभु यीशु के वस्त्र को छुआ, ਜਦ 12 ਸਾਲ ਦੀ ਰੋਗਿਣੀ ਇਸਤਰੀ ਨੇ ਪ੍ਰਭੂ ਯਿਸੂ ਮਸੀਹ ਦਾ ਪੱਲਾ ਛੂਇਆ, 12 साल की बीमारी से 12 ਸਾਲ ਦੀ ਬਿਮਾਰੀ ਤੋਂ आजाद। ਆਜ਼ਾਦ ਹੋ ਗਈ। 99 के लोग पाप की गुलामी में फंसे हुए। 99 ਦੇ ਲੋਕ ਪਾਪ ਦੀ ਗੁਲਾਮੀ ਦੇ ਵਿੱਚ ਫਸੇ ਹੋਏ ਸੀ। योना ने जाके उनको प्रभु का वचन सुनाया, ਜਦ ਪ੍ਰਭੂ ਦੇ ਦਾਸ ਯੋਨਾ ਨੇ ਜਾ ਕੇ ਪ੍ਰਭੂ ਦਾ ਵਚਨ ਦੱਸਿਆ, उन्होंने पाप से तौबा की, ਉਹਨਾਂ ਨੇ ਪਾਪਾਂ ਤੋਂ ਤੋਬਾ ਕੀਤੀ, अपने जीवन को बदला, ਆਪਣੇ ਜੀਵਨਾਂ ਨੂੰ ਬਦਲਿਆ। पाप की गुलामी से आजाद ਉਹ ਲੋਕ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ। शाऊल नाम का व्यक्ति कलीसिया को बहुत सताता था। ਸ਼ਾਉਲ ਨਾਮ ਦਾ ਵਿਅਕਤੀ ਕਲੀਸਿया ਨੂੰ ਬਹੁਤ ਸਤਾਇਆ ਕਰਦਾ ਸੀ। एक दिन उसका रास्ता रोका प्रभु यीशु ने। ਇੱਕ ਦਿਨ ਉਸ ਦਾ ਰਸਤਾ ਹੀ ਰੋਕ ਲਿਆ ਪ੍ਰਭु ਯਿਸੂ ਨੇ। प्रभु यीशु ने उसको क्या ਤੇ कहा? ਪ੍ਰਭु ਯਿਸੂ ਨੇ ਉਸ ਨੂੰ ਕੀ ਕਿਹਾ? हे शाऊल, ਹੇ ਸ਼ਾਉਲ, हे शाऊल, ਹੇ ਸ਼ਾਉਲ, तू मुझे क्यों सताता? ਤੂੰ ਮੈਨੂੰ ਕਿਉਂ ਸਤਾਉਂਦਾ ਹੈ? शाऊल ने पूछा, प्रभु यीशु ने तुझे कब सताया? ਸ਼ਾਉਲ ਨੇ ਪੁੱਛਿਆ, ਪ੍ਰਭੂ ਮੈਂ ਤੈਨੂੰ ਕਦੋਂ ਸਤਾਨਾ ਵਾ? प्रभु यीशु ने क्या जवाब दिया ਪ੍ਰਭु ਯਿਸੂ होगा? ਨੇ ਕੀ ਉੱਤਰ ਦਿੱਤਾ? क्या उत्तर दिया ਕੀ होगा? ਉੱਤਰ ਦਿੱਤਾ? जो मेरी कलीसिया को सताता है, ਜਿਹੜਾ ਮੇਰੀ ਕਲੀਸਿया ਨੂੰ ਸਤਾਉਂਦਾ ਹੈ, लोग को सताता है, ਜਿਹੜਾ ਮੇਰੇ ਲੋਕਾਂ ਨੂੰ ਸਤਾਉਂਦਾ ਹੈ, मुझे सताता है। ਉਹ ਸਮਝੋ ਮੈਨੂੰ ਸਤਾਉਂਦਾ ਹੈ। शाऊल ने तौबा करी, ਸ਼ਾਉਲ ਨੇ ਤੋਬਾ ਕੀਤੀ, रास्ता बदला, ਆਪਣੇ ਰਸਤੇ ਨੂੰ ਬਦਲਿਆ, को छोड़ा, ਪਾਪ ਨੂੰ ਛੱਡਿਆ आजाद हो गया। ਤੇ ਉਹ ਆਜ਼ਾਦ ਹੋ ਗਿਆ। जितने लोग आज प्रभु के लोगों को सताते हैं, ਜਿੰਨੇ ਵੀ ਲੋਕ ਅੱਜ ਪਰਮੇਸ਼ਰ ਦੇ ਲੋਕਾਂ ਨੂੰ ਸਤਾਉਂਦੇ ਨੇ, उनका मुकाबला ना करो, ਉਹਨਾਂ ਦਾ ਮੁਕਾਬਲਾ ਨਾ ਕਰੋ, उनका कसूर नहीं। ਉਹਨਾਂ ਦਾ ਕਸੂਰ ਨਹੀਂ। प्रभु यीशु मसीह ने क्रॉस पे लटकने से पहले क्या कहा? ਪ੍ਰਭੂ ਯਿਸੂ ਮਸੀਹ ਨੇ ਕ੍ਰੋਸ ਤੇ ਲਟਕਣ ਤੋਂ ਪਹਿਲਾਂ ਕੀ ਕਿਹਾ ਸੀ? ये पिता इन्हें क्षमा कर, ਹੇ ਪਿਤਾ ਇਹਨਾਂ ਨੂੰ ਮਾਫ ਕਰ, ये नहीं जानते ये क्या कर रहे हैं। ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ। जैसे शाऊल को प्रभु यीशु रास्ते में मिला, ਜਿਵੇਂ ਸ਼ਾਉਲ ਨੂੰ ਪ੍ਰਭੂ ਯਿਸੂ ਮਸੀਹ ਰਸਤੇ ਦੇ ਵਿੱਚ ਮਿਲੇ, शाऊल ने प्रभु यीशु ने शाऊल का रास्ता रोका। ਸ਼ਾਉਲ ਜਿਵੇਂ ਪ੍ਰਭु ਯਿਸੂ ਮਸੀਹ ਨੇ ਸ਼ਾਉਲ ਦਾ ਰਸਤੇ ਵਿੱਚ ਰਸਤਾ ਰੋਕ ਲਿਆ, एक दिन प्रभु यीशु मसीह उनका भी रास्ता रोकेगा, ਇੱਕ ਦਿਨ ਪ੍ਰਭु ਯਿਸੂ ਮਸੀਹ ਉਹਨਾਂ ਦਾ ਵੀ ਰਸਤਾ ਰੋਕਣਗੇ, उनसे बात करेगा। ਉਹਨਾਂ ਦੇ ਨਾਲ ਗੱਲਬਾਤ ਕਰੇਗਾ। आप खुद किसी का रास्ता ना रोको। ਤੁਸੀਂ ਖੁਦ ਕਿਸੇ ਦਾ ਰਸਤਾ ਨਾ ਰੋਕੋ। लोग सड़कें जाम करते, धरने प्रदर्शन करते, ਕਿੰਨੇ ਲੋਕ ਸੜਕੇ ਜਾਮ ਕਰਦੇ, ਧਰਨੇ ਪ੍ਰਦਰਸ਼ਨ ਕਰਦੇ। जो काम आत्मा के द्वारा होना है ਜਿਹੜਾ ਕੰਮ ਆਤਮਾ ਦੇ ਦੁਆਰਾ ਹੋਣਾ ਹੈ, उसको शरीर से मत करो, ਉਹਨਾਂ ਨੂੰ ਸਰੀਰ ਦੇ ਨਾਲ ਨਾ ਕਰੋ, उस परमेश्वर को काम करने ਉਸ दो। ਪਰਮੇਸ਼ਰ ਨੂੰ ਕੰਮ ਕਰਨ ਦਿਓ। जिस दिन वो रास्ते को रोकेगा, ਜਿਸ ਦਿਨ ਉਹ ਉਹਨਾਂ ਦੇ ਰਸਤੇ ਨੂੰ ਰੋਕੇਗਾ, एक कदम भी आगे नहीं बढ़ने देगा। ਉਹ ਇੱਕ ਕਦਮ ਵੀ ਉਹਨਾਂ ਨੂੰ ਅੱਗੇ ਵਧਣ ਨਹੀਂ ਦੇਵੇਗਾ। शाऊल का रास्ता रोका, ਸ਼ਾਉਲ ਦਾ ਰਸਤਾ ਆ ਕੇ ਰੋਕਿਆ, उसकी आंखों को अंधा कर दिया, ਉਸ ਦੀਆਂ ਅੱਖਾਂ ਨੂੰ ਅੰਨਾ ਕਰ ਦਿੱਤਾ। शाऊल आगे नहीं बढ़ पाया। ਬਾਈਬਲ 'ਚ ਲਿਖਿਆ ਕਿ ਸ਼ਾਉਲ ਫਿਰ ਅੱਗੇ ਹੀ ਨਹੀਂ ਵੱਧ ਪਾਇਆ। जिस दिन वो रास्ता रोकेगा, ਜਿਸ ਦਿਨ ਉਹ ਪਰਮੇਸ਼ਰ ਖੁਦ ਰਸਤਾ ਰੋਕੇਗਾ, एक कदम भी आगे नहीं बढ़ने देगा। ਇੱਕ ਕਦਮ ਵੀ ਅੱਗੇ ਵਧਣ ਨਹੀਂ ਦੇਵੇਗਾ। शाऊल भी पाप
से आजाद हो गया। शाऊल भी अपने पापा दे गुलामी तो पापा दे गुलाम हो तो आजाद हो गया। एक मुझे शेर याद आता है, एक मैंने शेर याद आता है, मुझे चाहिए मुझे बेनाम रहने दो। नाम नहीं चाहिए मुझे बेनाम रहने दो। बेनाम का मतलब, बेनाम का मतलब बिना नाम के। बिना नाम दे। मुझे चाहिए मुझे नाम नहीं चाहिए मुझे बेनाम रहने, बेनाम रहने दो। बस दिल की मेरी एक ही तमन्ना, बस दिल की मेरी एक ही तमन्ना, उस प्रभु का गुलाम रहने, उस प्रभु का गुलाम रहने दो। जो किसी चीज का गुलाम नहीं, किसी चीज का गुलाम नहीं, किसी चीज का गुलाम नहीं, और किसी चीज का गुलाम नहीं, और किसी भी चीज का गुलाम नहीं, उस प्रभु का गुलाम रहने दो। उस प्रभु का गुलाम रहन दो। जिस दिन आप उस प्रभु के गुलाम हो गए ना, जिस दिन तुसी उस प्रभु ਦੇ ਗੁਲਾਮ ਹੋ ਗਏ, आपके जीवन में खुशियां ही खुशियां रहे। ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ। पिछली 12 दिन की मीटिंग्स थी, ਪਿਛਲੇ ਦਿਨਾਂ ਵਿੱਚ ਸਾਡੀ ਦੁਬਈ ਦੇ ਵਿੱਚ 12 ਦਿਨ ਦੀ ਮੀਟਿੰਗ ਸੀ। 12 दिन की जिस दिन हम वापिस आने लगे, ਸੋ 12 ਦਿਨ ਦੀ ਸੀ ਮੀਟਿੰਗ ਸੀ जिस दिन वापस आने लगे। चर्च का मैसेज हमारी इधर भी मीटिंग का टाइम दो, हमारे इधर भी मीटिंग का टाइम दो, हमारे इधर। ਸੋ ਕਿੰਨੇ ਜਣਾਂ ਦਾ ਮੈਸੇਜ ਆਇਆ ਕਿ ਸਾਡੇ ਇੱਧਰ ਵੀ ਮੀਟਿੰਗ ਦਾ ਟਾਈਮ ਦਿਓ, ਸਾਡੇ ਚਰਚ ਵਿੱਚ ਵੀ ਮੀਟਿੰਗ ਦਾ ਟਾਈਮ ਦਿਓ। प्रभु जब फिर जाएंगे फिर कभी ਅਸੀਂ ਕਿਹਾ ਕਿ ਨਹੀਂ ਪ੍ਰਭੂ ਜੀ ਜਦੋਂ ਫਿਰ ਚਾਹਾਂਗੇ ਫਿਰ ਸਮਾਂ ਮਿਲੇਗਾ। अगर गुलाम ही रहने की आदत है, ਜੇਕਰ ਗੁਲਾਮ ਹੀ ਰਹਿਣ ਦੀ ਆਦਤ ਹੈ उस प्रभु का गुलाम बन ਤੇ के ਉਸ रहो। ਪ੍ਰਭੂ ਦਾ ਗੁਲਾਮ ਬਣ ਕੇ ਰਹੋ। अगर किसी को गुलाम ही बन के रहने की ਜੇਕਰ आदत है, ਕਿਸੇ ਨੂੰ ਗੁਲਾਮ ਹੀ ਬਣ ਕੇ ਰਹਿਣ ਦੀ ਆਦਤ ਹੈ, इस वचन का गुलाम बन के रहो। ਇਸ ਵਚਨ ਦਾ ਗੁਲਾਮ ਬਣ ਕੇ ਰਹੋ। ये वचन जो करने को कहो वो करो। ਇਹ ਵਚਨ ਜੋ ਕਰਨ ਨੂੰ ਕਹਿੰਦਾ ਹੈ, ਉਹ ਕਰੋ। अगर गुलाम ही बन के रहने की आदत है, ਜੇਕਰ ਗੁਲਾਮ ਹੀ ਬਣ ਕੇ ਰਹਿਣ ਦੀ ਆਦਤ ਹੈ आत्मा का गुलाम बन ਤੇ के रहो। ਪਵਿੱਤਰ ਆਤਮਾ ਦਾ ਗੁਲਾਮ ਬਣ ਕੇ ਰਹੋ। पवित्र आत्मा जो करने को कहे वो करो। ਪਵਿੱਤਰ ਆਤਮਾ ਜੋ ਕਰਨ ਨੂੰ ਕਹੇ ਉਹ ਕਰੋ। अगर गुलाम ही बन के रहने की आदत है, ਜੇਕਰ ਗੁਲਾਮ ਹੀ ਬਣ ਕੇ ਰਹਿਣ ਦੀ ਆਦਤ ਹੈ, सेवकों का गुलाम बन के रहो। ਸੇਵਕਾਂ ਦਾ ਗੁਲਾਮ ਬਣ ਕੇ ਰਹੋ। देखो फिर क्या मिलेगा। ਦੇਖੋ ਫਿਰ ਕੀ ਮਿਲੇਗਾ। अगर गुलाम ही बन के रहने की आदत ਜੇਕਰ है, ਗੁਲਾਮ ਹੀ ਬਣ ਕੇ ਰਹਿਣ ਦੀ ਆਦਤ ਹੈ, इंसानों का गुलाम बन के रहने की आदत है, ਜੇਕਰ ਇਨਸਾਨਾਂ ਦਾ ਗੁਲਾਮ ਬਣ ਕੇ ਰਹਿਣ ਦੀ ਆਦਤ ਹੈ, अपने माँ बाप का गुलाम बन के रहो। ਆਪਣੇ ਮਾਂ-ਬਾਪ ਦਾ ਗੁਲਾਮ ਬਣ ਕੇ ਰਹੋ। 3 लोगों का आशीर्वाद आपकी सफलता के रास्ते को रोक नहीं सकता। ਤਿੰਨ ਲੋਕਾਂ ਦਾ ਆਸ਼ੀਰਵਾਦ ਤੁਹਾਡੇ ਸਫਲਤਾ ਦੇ ਰਸਤੇ ਨੂੰ ਰੋਕ ਨਹੀਂ ਸਕਦਾ। 3 लोगों का आशीर्वाद। ਤਿੰਨ ਲੋਕਾਂ ਦਾ ਆਸ਼ੀਰਵਾਦ। बच्चों की कौन कौन से ਪੁੱਛੋਗੇ ਕਿਹੜੇ-ਕਿਹੜੇ? 3 लोग। ਤਿੰਨ ਲੋਕ। पहला ਪਹਿਲਾ आपके पिता का आशीर्वाद, ਤੁਹਾਡੇ ਪਿਤਾ ਦਾ ਆਸ਼ੀਰਵਾਦ। दूसरा ਦੂਸਰਾ आपकी माता का आशीर्वाद, ਤੁਹਾਡੀ ਮਾਤਾ ਦਾ ਆਸ਼ੀਰਵਾਦ तीसरा ਤੇ ਤੀਸਰਾ आपके सेवकों का आशीर्वाद। ਤੁਹਾਡੇ ਸੇਵਕਾਂ ਦਾ ਆਸ਼ੀਰਵਾਦ। 3 लोगों का आशीर्वाद आपके ऊपर है। ਤਿੰਨ ਲੋਕਾਂ ਦਾ ਆਸ਼ੀਰਵਾਦ ਜੇਕਰ ਤੁਹਾਡੇ ਉੱਤੇ ਹੈ, 3 लोगों ने आशीर्वाद दे दिया, ਜੇਕਰ ਤਿੰਨ ਜਣਿਆਂ ਨੇ ਤੁਹਾਨੂੰ ਆਸ਼ੀਰਵਾਦ ਦੇ ਦਿੱਤਾ परमेश्वर की आशीर्वाद आपके ऊपर बरसेंगे। ਤੇ ਪਰਮੇਸ਼ਰ ਦਾ ਆਸ਼ੀਰਵਾਦ ਆਪਣੇ ਆਪ ਹੀ ਤੁਹਾਡੇ ਉੱਤੇ ਆਵੇਗਾ। 3 लोगों का आशीर्वाद मिलना बहुत मुश्किल ਪਰ है। ਇਹ ਤਿੰਨ ਲੋਕਾਂ ਦਾ ਆਸ਼ੀਰਵਾਦ ਮਿਲਣਾ ਬੜਾ ਮੁਸ਼ਕਿਲ ਹੈ। किसी को तो पिता का मिलता, किसी को माता का नहीं मिलता, ਕਿਸੇ ਨੂੰ ਪਿਤਾ ਦਾ ਨਹੀਂ ਮਿਲਦਾ, ਕਿਸੇ ਨੂੰ ਮਾਤਾ ਦਾ ਨਹੀਂ किसी ਮਿਲਦਾ को सेवकों का नहीं ਤੇ मिलता। ਕਿਸੇ ਨੂੰ ਸੇਵਕਾਂ ਦਾ ਨਹੀਂ ਮਿਲਦਾ। अगर माँ बाप को पीटोगे उनका आशीर्वाद कैसे मिलेगा। ਜੇਕਰ ਮਾਂ-ਬਾਪ ਨਾਲ ਗਾਲੀ ਗਲੋਚ ਕਰੋਗੇ, ਉਹਨਾਂ ਨੂੰ ਗਲਤ ਬੋਲੋਗੇ, ਉਹਨਾਂ ਦਾ ਆਸ਼ੀਰਵਾਦ ਕਿੱਦਾਂ ਮਿਲੇਗਾ। उनको पीटोगे उनको वृद्धाश्रम में छोड़ोगे, ਮਾਂ-ਬਾਪ ਨਾਲ ਪਿਟਾਈ ਕਰੋਗੇ, ਉਹਨਾਂ ਨੂੰ ਵ੍ਰਿਧ ਆਸ਼ਰਮ ਛੱਡ ਕੇ ਆਓਗੇ उनका आशीर्वाद कैसे ਤੇ मिलेगा। ਉਹਨਾਂ ਦਾ ਆਸ਼ੀਰਵਾਦ ਕਿੱਦਾਂ ਮਿਲੇਗਾ। अगर सेवकों के खिलाफ बोलोगे, सेवकों की बात को नहीं मानोगे, ਜੇਕਰ ਸੇਵਕਾਂ ਦੇ ਖਿਲਾਫ ਹੋ ਕੇ ਚੱਲੋਗੇ, ਸੇਵਕਾਂ ਦੀ ਗੱਲ ਨੂੰ ਨਹੀਂ ਮੰਨੋਗੇ, सेवकों के संडे चर्च में नहीं आओगे, ਸੇਵਕਾਂ ਦੇ ਕਈ ਅਨੁਸਾਰ ਸੰਡੇ ਚਰਚ ਵਿੱਚ ਨਹੀਂ ਆਇਆ सेवकों ਕਰੋਗੇ, की कहीं से तौबा करके डुबकी का वापस बनेंगे, ਸੇਵਕਾਂ ਦੇ कई अनुसार तौबा करके डुबकी ਦਾ बपतिस्मा नहीं लोगे, सेवकों की कहीं से 10 मास रेगुलर नहीं दोगे, सेवका ਦੇ कई अनुसार दसवांश रेगुलर नहीं दोगे, सेवकों की कहीं से प्रभु भोज नहीं लोगे, सेवका ਦੇ कई अनुसार प्रभु भोज नहीं सेवकों लोगे, की कहीं से पवित्रता का जीवन नहीं सेवका ਦੇ कई अनुसार पवित्रताई ਦਾ जीवन नहीं जियोगे उनका आशीर्वाद कैसे ਤੇ मिलेगा। ਉਹਨਾਂ ਦਾ ਆਸ਼ੀਰਵਾਦ ਕਿੱਦਾਂ ਮਿਲੇਗਾ। हमारी संगत 1000 सिस्टर लोगों की संगत है। ਸਾਡੀ ਇਹ ਸੰਗਤ ਜਿਹੜੀ ਕਿ 1000 ਰਜਿਸਟਰਡ ਲੋਕਾਂ ਦੀ ਸੰਗਤ ਹੈ। हम किसी चर्च का मेंबर नहीं रखते। ਅਸੀਂ ਕਿਸੇ ਵੀ ਚਰਚ ਦਾ ਮੈਂਬਰ ਨਹੀਂ ਰੱਖਦੇ। कुछ भी लुधियाना के 300 चर्च में से एक भी चर्च साबित करे किसी का मेंबर हम तोड़ के रखते। ਲੁਧਿਆਣੇ ਦੇ ਵਿੱਚ ਟੋਟਲ 300 ਪੈਂਟੀਕੋਸਟ ਚਰਚ ਹੈ, ਉਹਨਾਂ ਵਿੱਚੋਂ ਕੋਈ ਵੀ ਚਰਚ ਸਾਬਿਤ ਕਰੇ ਕਿ ਕਿਸੇ ਦਾ ਟੁੱਟਿਆ ਹੋਇਆ ਮੈਂਬਰ ਆਪਣੇ ਕੋਲ ਆਇਆ। हम किसी का मेंबर आता भी है, उसके पास्टर से बात करा के उसको वापस भेज देते ਜੇਕਰ ਕਿਸੇ ਦਾ ਮੈਂਬਰ ਆਂਦਾ ਵੀ ਹੈ ਤੇ ਅਸੀਂ ਉਹਨਾਂ ਦੇ ਪਾਸਟਰ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਿਸ ਭੇਜਦੇ ਹਾਂ हैं, उसकी एनओसी मंगाते हैं, ਜਾਂ ਫਿਰ ਉਹਨਾਂ ਦਾ ਨੋ ਆਬਜੈਕਸ਼ਨ ਸਰਟੀਫਿਕੇਟ ਮੰਗਾਉਂਦੇ ਹਾਂ, फिर उसको जाके रखते हैं। ਤਦ ਉਹਨਾਂ ਨੂੰ ਜਾ ਕੇ ਰੱਖਦੇ ਹਾਂ। अगर हम झूठ देते हैं, कुछ जिसकी मर्जी ना हो जहाँ से मर्जी
चिल्लाओ। ਜੇਕਰ ਛੂਟ ਦੇ ਦਈਏ ਜਿੱਥੋਂ ਮਰਜ਼ੀ ਆਣ ਜਿੱਦੇ ਦਾ ਮਰਜ਼ੀ ਲੈ ਕੇ ਆਓ। 10-20 हजार की भीड़ इकट्ठी करना कोई बड़ी बात नहीं। ਇਹ 10-20 ਹਜ਼ਾਰ ਦੀ ਭੀੜ ਇਕੱਠੀ ਕਰਨਾ ਕੋਈ ਮੁਸ਼ਕਿਲ ਗੱਲ ਨਹੀਂ। पास्टर विक्टर जॉन जी हमारी संगत में जा चुके हैं। ਪਾਸਟਰ ਵਿਕਟਰ ਜੌਨ ਜੀ ਪਾਸਟਰ ਪੀਟਰ ਜੌਨ ਜੀ ਆਪਣੇ ਪਰਿਵਾਰ ਦੇ ਨਾਲ ਸਾਡੇ ਕੋਲ ਜਾ ਚੁੱਕੇ ਨੇ। किसी भी चर्च का टूटा मेंबर नहीं, ਕਿਸੇ ਵੀ ਚਰਚ ਦਾ ਟੁੱਟਿਆ ਹੋਇਆ ਮੈਂਬਰ ਨਹੀਂ, कोई भी गरीब नहीं है। ਕੋਈ ਵੀ ਉਹਨਾਂ ਵਿੱਚੋਂ ਗਰੀਬ ਨਹੀਂ ਹੈ। अब आप पूछोगे गरीब आते नहीं होंगे? ਹੁਣ ਤੁਸੀਂ ਪੁੱਛੋਗੇ ਗਰੀਬ ਤੁਹਾਡੇ ਕੋਲ ਆਂਦੇ ਨਹੀਂ ਹੋਣਗੇ। गरीब आते हैं, ਗਰੀਬ ਆਂਦੇ ਨੇ, उनको वचन की शिक्षा देते ਉਹਨਾਂ ਨੂੰ ਵਚਨ ਦੀ ਸਿੱਖਿਆ ਦਿੰਦੇ ਆ। हैं, के मुताबिक 10 पास देना सिखाते ਵਚਨ ਦੇ ਮੁਤਾਬਿਕ ਉਹਨਾਂ ਨੂੰ ਦਸਵਾਂਸ਼ ਦੇਣਾ ਸਿਖਾਉਂਦੇ ਆ। हैं। सबको की बात को फॉलो करते ਜਦੋਂ हैं, ਸੇਵਕਾਂ ਦੀ ਗੱਲ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ गरीबी भाग जाती ਤੇ है। ਗਰੀਬੀ ਉਹਨਾਂ ਦੀ ਭੱਜ ਜਾਂਦੀ ਹੈ। हालेलुया। ਹਾਲੇਲੂਇਆ। वो गरीबी से आजाद हो ਉਹ जाते ਗਰੀਬੀ ਤੋਂ ਆਜ਼ਾਦ ਹੋ ਜਾਂਦੇ ਨੇ। हैं। अगर गुलाम ही रहना है, ਜੇਕਰ ਗੁਲਾਮ ਹੀ ਰਹਿਣਾ ਹੈ सेवकों के गुलाम ਤੇ रहना, ਸੇਵਕਾਂ ਦੇ ਗੁਲਾਮ ਰਹਿ ਕੇ ਰਹੋ। अगर इंसानों के गुलाम रहना, ਜੇਕਰ ਇਨਸਾਨਾਂ ਦੇ ਗੁਲਾਮ ਰਹਿਣਾ ਹੈ अपने माँ बाप के गुलाम ਤੇ रहो, ਆਪਣੇ ਮਾਪਿਓ ਦੇ ਗੁਲਾਮ ਬਣ ਕੇ ਰਹੋ। अपने बड़े बुजुर्गों के गुलाम ਆਪਣੇ रहो। ਵੱਡੇ ਬਜ਼ੁਰਗਾਂ ਦੇ ਗੁਲਾਮ ਬਣ ਕੇ ਰਹੋ। देखिए जीवन में क्या मिलता ਤਾਂ है। ਦੇਖੋ ਜੀਵਨ ਵਿੱਚ ਫਿਰ ਕੀ ਕੁਝ ਮਿਲਦਾ ਹੈ। पढ़िए, देखिए क्या लिखा है। हम सबको मिलकर आगे आना होगा कि हमारे घर, हमारे परिवार, हमारा समाज, हमारा देश पापों की गुलामी से आजाद हो जाए। जैसे हमने अपने देश को अंग्रेजों की गुलामी से आजाद करवाने के लिए कितने संघर्ष, कितने लड़ाइयां लड़ी, कितने बलिदान दिए, उसी प्रकार से हमें अपने समाज, अपने देश को पापों की गुलामी से आजाद करवाने के लिए शैतान के साथ आत्मिक युद्ध लड़ना होगा। इस देश को पापों की गुलामी से आजाद करवाने के लिए, अपने देश ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਲਈ, की गुलामी से आजाद कराने ਹੁਣ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਲਈ किसी इंसान के साथ लड़ाई नहीं लड़ते, ਕਿਸੇ ਇਨਸਾਨਾਂ ਦੇ ਨਾਲ ਲੜਾਈ ਨਹੀਂ ਲੜਨੀ, किसी पॉलिटिकल लीडर के साथ लड़ाई नहीं लड़ते, ਕਿਸੇ ਪੋਲੀਟੀਕਲ ਲੀਡਰ ਨਾਲ ਲੜਾਈ ਨਹੀਂ ਲੜਨੀ, आरएसएस के साथ, बीजेपी के साथ, किसी पॉलिटिकल पार्टी के साथ लड़ाई नहीं लड़ते, ਆਰਐਸਐਸ ਦੇ ਨਾਲ, ਬੀਜੇਪੀ ਦੇ ਨਾਲ ਜਾਂ ਕਿਸੇ ਪੋਲੀਟੀਕਲ ਲੀਡਰ ਦੇ ਨਾਲ ਲੜਾਈ ਨਹੀਂ ਲੜਨੀ। किसके साथ लड़ाई लड़नी ਫਿਰ है? ਕਿਸ ਦੇ ਨਾਲ ਲੜਾਈ ਲੜਨੀ ਹੈ? शैतान के साथ। ਸ਼ੈਤਾਨ ਦੇ ਨਾਲ। किसके साथ? किस दे नाल? शैतान के साथ। शैतान दे नाल। आगे बढ़िए। जब तक कोई व्यक्ति, कोई समाज, कोई पाप की गुलामी में रहेगा, तब तक वहां परमेश्वर ना तो सच्ची शांति देगा और ना ही सच्ची खुशी, ना ही सच्ची तरक्की देगा। जिस घर में पाप की गुलामी होगी, जिस घर ਦੇ ਵਿੱਚ ਪਾਪ ਦੀ ਗੁਲਾਮੀ ਹੋਵੇਗੀ, पाप का कीड़ा जिस घर में होगा, ਪਾਪ ਦਾ ਕੀੜਾ ਜਿਸ ਘਰ ਵਿੱਚ उस ਹੋਵੇਗਾ, घर में ना तो शांति होगी, ਉਸ ਘਰ ਵਿੱਚ ਨਾ ਤਾਂ ਸ਼ਾਂਤੀ ਹੋਵੇਗੀ, ना तरक्की होगी। ना तरक्की होवेगी। आगे बढ़िए। पापों की गुलामी से आजाद होना ही असली आजादी है। असली आजादी हमारे देश को तब मिलेगी, असली आजादी ਸਾਡੇ ਦੇਸ਼ ਨੂੰ ਤਦ ਹੀ ਮਿਲੇਗੀ हमारा देश पापों की गुलामी से आजाद हो, ਜਿਸ ਦਿਨ ਸਾਡਾ ਦੇਸ਼ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਏਗਾ, हमारे देश से नशा खत्म हो, जिस दिन ਸਾਡੇ ਦੇਸ਼ ਤੋਂ ਨਸ਼ਾ ਖਤਮ ਹੋ ਜਾਵੇਗਾ, हमारे देश से व्यभिचार के अड्डे खत्म हो, जिस दिन ਸਾਡੇ ਦੇਸ਼ ਤੋਂ ਵਿਅਭਿਚਾਰ ਦੇ ਅੱਡੇ ਖਤਮ ਹੋ ਜਾਣਗੇ, हमारे देश से लॉटरी स्टाल के अड्डे खत्म, जिस दिन ਸਾਡੇ ਦੇਸ਼ ਤੋਂ ਲੋਟਰੀ ਸਟਾਲ ਦੇ ਅੱਡੇ ਖਤਮ ਹੋ ਜਾਣਗੇ, हमारे देश से गंदी फिल्मों के अड्डे खत्म हो, जिस दिन ਸਾਡੇ ਦੇਸ਼ ਤੋਂ ਫਿਲਮੀ ਜਿਹੜੇ ਕਿ ਗੰਦੇ ਫਿਲਮੀ ਗੀਤ ਹੈ, ਗੰਦੀਆਂ ਫਿਲਮਾਂ ਹੈ, ਉਹਦੇ ਸਿਨੇਮਾ ਹਾਲ ਬੰਦ ਹੋ ਜਾਣਗੇ, उस दिन हमारा देश पापों की गुलामी से आजाद हो, ਉਸ ਦਿਨ ਸਾਡਾ ਦੇਸ਼ ਪੂਰੀ ਤਰ੍ਹਾਂ ਤੇ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ हो जाएगा। जब तक कोई मसीह व्यक्ति पाप की गुलामी में रहेगा, तब तक ना तो उस व्यक्ति का प्रार्थना में मन लगेगा, ना उसका वचन पढ़ने को मन करेगा, ना उसका संडे संगत में आने को दिल करेगा। जब तक आप पाप की गुलामी में रहोगे, जब तक तुसी पाप की गुलामी ਵਿੱਚ ਰਹੋਗੇ, प्रार्थना कर नहीं पाओगे, प्रार्थना ਤੁਸੀਂ ਕਰ ਹੀ ਨਹੀਂ ਪਾਓਗੇ। का कीड़ा प्रार्थना करने से रोकेगा, ਪਾਪ ਦਾ ਕੀੜਾ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕੇਗਾ, करने से रोकेगा, ਤੁਹਾਨੂੰ वचन पढ़न ਤੋਂ ਰੋਕੇਗਾ, करने से रोकेगा, ਤੁਹਾਨੂੰ ਰੋਜ਼ਾ ਰੱਖਣ ਤੋਂ ਰੋਕੇਗਾ, चर्च में आने से ਸੰਡੇ ਚਰਚ ਵਿੱਚ ਆਉਣ ਤੋਂ ਰੋਕੇਗਾ, पास देने से रोकेगा, ਵਿਸ਼ਵਾਸ ਦੇਣ ਤੋਂ ਰੋਕੇਗਾ, इस बात से रोकेगा। बपतिस्मा ਤੁਹਾਨੂੰ ਲੈਣ ਤੋਂ रोकेगा। जिस दिन हमारा समाज, हमारा देश पाप की गुलामी से आजाद हो गया, उस दिन से ना तो हमारे देश में शराब के ठेके होंगे, ना लॉटरी स्टॉल होंगे, ना जुए के अड्डे होंगे, ना व्यभिचार के अड्डे होंगे, ना कोई सिनेमा हॉल होंगे, ना कोई जादूगर, ना कोई तांत्रिक होंगे, ना कोई भ्रष्टाचार होगा, ना देश में कहीं लड़ाई झगड़े होंगे, ना कहीं मार काट होगी, ना लूट खसूट होगी, ना कहीं रिश्वतखोरी होगी, ना कहीं भूखमरी होगी, ना कहीं गरीबी होगी, ना कोर्ट्स में केस होंगे, चारों तरफ रोजगार ही रोजगार होगा। फिर शैतान हमारे लोगों पर, हमारे देश पर कोई भी अत्याचार नहीं कर पाएगा। वो दिन कब आएगा? वो दिन कदों आवेगा? जिस दिन सब रोजगार ही रोजगार, जिस दिन सारा दिन रोजगार ही रोजगार, रोजगार ही रोजगार,
ਚਾਰੋਂ ਵੱਲ ਰੋਜ਼ਗਾਰ ਹੀ ਰੋਜ਼ਗਾਰ ਜਦੋਂ ਹੋਵੇਗਾ। आओ हम सब सत्य प्रभु यीशु मसीह को अपना मुक्तिदाता करके ग्रहण कर लें, क्योंकि वही हमें पापों की गुलामी से आजाद करवा सकता है। प्रभु यीशु सत्य प्रभु पापों की गुलामी से, सिर्फ प्रभु यीशु मसीह सत्य परमेश्वर प्रभु यीशु मसीह सानू सारे पापों तो गुलामी तो पापों की गुलामी से क्या कर सकता है? पापा दी गुलामी तो की कर सकता है? अच्छा, आजाद कर सकता है। अगस्त का महीना देश की आजादी का महीना, ਇਹ ਅਗਸਤ ਦਾ ਮਹੀਨਾ ਦੇਸ਼ ਦੀ ਆਜ਼ਾਦੀ ਦਾ ਮਹੀਨਾ। 15 अगस्त 1947 को हमारा देश आजाद हुआ था। 15 अगस्त 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। देश के अंग्रेजों को देश से बाहर निकाल दिया। ਸਾਡੇ ਦੇਸ਼ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਸਾਡੇ ਦੇਸ਼ ਤੋਂ ਬਾਹਰ ਕੱਢ ਦਿੱਤਾ। 76 साल हो गए तिरंगा झंडा फहराते आ रहे। 76 ਸਾਲ ਹੋ ਗਏ ਤਿਰੰਗਾ ਝੰਡਾ ਫਹਿਰਾਉਂਦੇ ਹੋਏ, उस आजादी का जश्न मनाते हैं। ਉਸ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ। ये नहीं पता अभी एक और आजादी ਪਰ ਇਹ ਨਹੀਂ ਪਤਾ ਕਿ ਹਲੇ ਇੱਕ ਹੋਰ ਆਜ਼ਾਦੀ ਦੀ ਸਾਨੂੰ ਸਭਨਾਂ ਨੂੰ ਜ਼ਰੂਰਤ ਹੈ। लोग कहते हैं हमारे देश को एक और आजादी चाहिए। ਕਿੰਨੇ ਲੋਕ ਕਹਿੰਦੇ ਨੇ ਕਿ ਸਾਡੇ ਦੇਸ਼ ਨੂੰ ਇੱਕ ਹੋਰ ਆਜ਼ਾਦੀ ਚਾਹੀਦੀ ਹੈ। बताओ, ਦੱਸੋ। वाह शाबाश, प्रभु के दास को प्रभु ने बीमारी से आजाद कर दिया। ਪ੍ਰਭੂ ਦੇ ਦਾਸ ਨੂੰ ਪ੍ਰਭੂ ਨੇ ਬਿਮਾਰੀ ਤੋਂ ਆਜ਼ਾਦ ਕਰ ਦਿੱਤਾ। आप सबको लेकर डल की बारिश से धूप से आंधी से आजाद कर ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਲੈਂਟਰ ਪਵਾ ਕੇ ਧੁੱਪ ਤੋਂ ਬਾਰਿਸ਼ ਤੋਂ ਆਂधी ਤੋਂ ਆਜ਼ਾਦ ਕਰ ਦਿੱਤਾ। ये भी प्रार्थना कर हमारा समाज हमारा देश पापों की गुलामी से ਪਰ ਇਹ ਵੀ ਪ੍ਰਾਰਥਨਾ ਕਰਨੀ ਹੈ ਕਿ ਸਾਡਾ ਸਮਾਜ ਸਾਡਾ ਦੇਸ਼ ਪਾਪਾਂ ਦੀ ਗੁਲਾਮੀ ਤੋਂ ਵੀ ਆਜ਼ਾਦ ਹੋ ਜਾਵੇ।